ਅਜੀਤ ਰਾਹੀ ਦਾ ਨਾਵਲ ਤੁਕ ਦੀ ਧੂਣੀ ਦਾ 14ਵਾਂ ਅੰਗ। ਇਹ ਸ਼ਹਿਰ ਸ਼ਿਪਰਟਨ ਵਿਕਟੋਰੀਆ ਸਟੇਟ ਦੀ ਰਾਜਧਾਨੀ ਮੈਲਬੌਰਨ ਤੋਂ ਉੱਤਰ ਵੱਲ ਲਗਭਗ 125 ਮੀਲ ਹੈ। ਇਹਦੇ ਆਲੇ ਦੁਆਲੇ ਬੱਗੂ ਗੋਸ਼ੇ ਦੇ ਬੜੇ ਬਾਗ ਹਨ। ਧਰਤੀ ਪੱਧਰੀ ਹੈ, ਨਹਿਰ ਦਾ ਪਾਣੀ ਲੱਗਦਾ ਹੈ। ਇੱਥੇ ਹਰ ਮੌਸਮ ਦੀ ਸਬਜ਼ੀ ਵੀ ਕਾਫੀ ਪੈਦਾ ਕੀਤੀ ਜਾਂਦੀ ਹੈ। ਇਸ ਲਈ ਖੇਤਾਂ 'ਚ ਕੰਮ ਕਰਨ ਵਾਲੇ ਕਾਮਿਆਂ ਲਈ ਸਾਰਾ ਵਰ੍ਹਾ ਬੜਾ ਕੰਮ ਹੁੰਦਾ ਹੈ। ਬੰਤੇ ਤੇ ਜੱਗੇ ਨੇ ਵੀ ਪੀਅਰਸ ਤੋੜਨੇ ਸ਼ੁਰੂ ਕਰ ਦਿੱਤੇ। ਭਾਵੇਂ ਬੰਤੇ ਨੇ ਪਹਿਲਾਂ ਕਦੀ ਇਹ ਕੰਮ ਨਹੀਂ ਸੀ ਕੀਤਾ, ਪਰ ਉਹਨੂੰ ਤਾਂ ਖਾਸ ਔਖਾ ਕੰਮ ਨਾ ਲੱਗਾ। ਉਂਝ ਗਲ 'ਚ ਪਾਏ ਬੈਗ ਦੀਆਂ ਵੱਧਰਾਂ ਨਾਲ ਮੋਢਿਆਂ ਤੇ ਚੀਗਾਂ ਜੀਆਂ ਪੈ ਗਈਆਂ, ਪਰ ਉਹਨਾਂ ਦੋਹਾਂ ਨੇ ਹੱਠ ਨਾ ਛੱਡਿਆ। ਕੰਮ ਤੋਂ ਡਰ ਕੇ ਭੱਜ ਜਾਣਾ ਤਾਂ ਪੰਜਾਬੀਆਂ ਦਾ ਅਪਮਾਨ ਕਰਵਾਉਣ ਵਾਲੀ ਗੱਲ ਹੈ। ਇੱਕ ਦਿਨ ਪੱਬ 'ਚ ਕਿਸੇ ਗੋਰੇ ਪਿੱਕਰ ਕੋਲੋਂ ਫਲ ਤੋੜਨ ਵਾਲਾ ਇਹ ਪਤਾ ਲੱਗਾ ਕਿ ਇੱਥੇ ਇਸ ਸ਼ਹਿਰ ਦੇ ਏਰੀਏ 'ਚ ਪੀਅਰਸ ਤੋੜਨ ਵਾਲੇ ਇੱਕ ਸਿੰਘ ਦਾ ਰਿਕਾਰਡ ਹੈ। ਹੁਣ ਤੱਕ ਕੋਈ ਵੀ ਉਹਦੇ ਬਰਾਬਰ ਤਾਂ ਕਿ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਿਆ। ਉਹਨੇ ਇੱਕ ਦਿਨ 'ਚ 26 ਬਿਨ ਲੱਕੜ ਦਾ ਇੱਕ ਬਾਕਸ, ਜਿਹਦੀ ਸਮਰੱਥਾ ਲਗਭਗ ਅੱਧੇ ਟਨ ਦੀ ਹੈ, ਤੋੜੇ ਸਨ। ਉਹ ਹਰ ਸਾਲ ਇੱਥੇ ਪੀਅਰਸ ਦੇ ਸੀਜ਼ਨ 'ਚ ਕੰਮ ਕਰਨ ਲਈ ਆਉਂਦੀ ਹੈ। ਤੂੰ ਉਹਨੂੰ ਜਾਣਦਾ? ਗੋਰੇ ਨੇ ਬੰਤੇ ਨੂੰ ਪੁੱਛਿਆ। ਬੰਤੇ ਨੇ ਕਿਹਾ, ਨਹੀਂ, ਮੈਂ ਇਸ ਸਾਲ ਪਹਿਲੀ ਵਾਰ ਆਇਆ। ਇਸ ਏਰੀਏ ਦੇ ਸਾਰੇ ਬਾਗ ਪਹਿਲ ਗੋਰਿਆਂ ਦੇ ਸੀ। ਫਿਰ ਹੌਲੀ ਹੌਲੀ ਗ੍ਰੀਕੀਆਂ ਨੇ ਫਾਰਮ ਖਰੀਦਣੇ ਸ਼ੁਰੂ ਕੀਤੇ। ਹੁਣ ਸਾਰੇ ਫਾਰਮ ਲਗਭਗ ਗ੍ਰੀਕੀਆਂ ਦੇ ਹੀ ਹਨ। ਆਸਟ੍ਰੇਲੀਆ 'ਚ ਇੱਕ ਗੱਲ ਬੜੀ ਅਜੀਬ ਹੀ ਵੇਖਣ ਨੂੰ ਮਿਲੇਗੀ ਕਿ ਜਿੱਥੇ ਜਿਸ ਕੰਮ ਦੇ ਜਾਂ ਦੇਸ਼ ਦੇ ਨਾਗਰਿਕ ਜਾਂ ਬਸ਼ਿੰਦੇ ਜਾ ਕੇ ਪਹਿਲਾਂ ਆਪਣੇ ਪੈਰ ਜਮਾ ਗਏ, ਉੱਥੋਂ ਗੋਰੇ ਭੱਜਦੇ ਚਲੇ ਗਏ ਤੇ ਬਾਹਰੋਂ ਆਈ ਕੌਮ ਉਸ ਸ਼ਹਿਰ 'ਚ ਕਾਬਜ਼ ਹੁੰਦੀ ਚਲੀ ਗਈ। ਪਹਿਲ ਗ੍ਰੀਕ ਤੇ ਇਟਾਲੀਅਨ ਕੌਮਾਂ ਨੇ ਕਈ ਪੂਰੇ ਦੇ ਪੂਰੇ ਸ਼ਹਿਰਾਂ ਤੇ ਹੌਲੀ ਹੌਲੀ ਆਪਣੀ ਮਿਹਨਤ ਤੇ ਹਿੰਮਤ ਨਾਲ ਕਬਜ਼ਾ ਕਰ ਲਿਆ, ਪਰ ਹੁਣ ਕੁਝ ਇਲਾਕਿਆਂ 'ਚ ਪੰਜਾਬੀ ਵੀ ਆਪਣੇ ਪੈਰ ਜਮਾਈ ਤੁਰੇ ਜਾ ਰਹੇ ਨੇ। ਜਿਵੇਂ ਵਲਗੁਲਗਾ, ਜੋ ਇੱਕ ਸ਼ਹਿਰ ਵਰਗਾ ਪਿੰਡ ਹੈ ਜਿਹਦੀਆਂ ਪਹਾੜੀਆਂ ਤੇ ਕੇਲੇ ਦੇ ਬਾਗ ਹੈ, ਉਸ ਪੂਰੇ ਦੇ ਪੂਰੇ ਸ਼ਹਿਰ ਤੇ ਪੰਜਾਬੀਆਂ ਦਾ ਕਬਜ਼ਾ ਹੈ। ਉੱਥੇ ਜਾ ਕੇ ਤੁਹਾਨੂੰ ਉਪਰਾਪਨ ਮਹਿਸੂਸ ਨਹੀਂ ਹੋਏਗਾ। ਤਰਕਾਲਾਂ ਨੂੰ ਪੰਜਾਬੀ ਗੱਭਰੂ ਨਸ਼ੇ ਨਾਲ ਹਵਾ ਪਿਆਜ਼ੀ ਜੇ ਹੋਏ ਚਾਦਰੇ ਲਾ ਕੇ ਗਲੀਆਂ 'ਚ ਘੁੰਮਦੇ ਆਮ ਮਿਲ ਜਾਣਗੇ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਗੁਰਦੁਆਰਾ ਵੀ ਇੱਥੇ ਹੀ ਬਣਿਆ ਸੀ। ਬੰਤੇ ਹੋਰਾਂ ਨੂੰ ਹੋਰ ਵੀ ਬਹੁਤ ਸਾਰੇ ਪੰਜਾਬੀ ਮਿਲੇ, ਜਿਨ੍ਹਾਂ ਕੋਲੋਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਪੀਅਰਾਂ ਦੇ ਸੀਜ਼ਨ ਤੋਂ ਬਾਅਦ ਨਾਲ ਲੱਗਦਾ ਇੱਕ ਅੰਗੂਰਾਂ ਦਾ ਸੀਜ਼ਨ ਵੀ ਨਿਊ ਸਾਊਥ ਵੇਲ ਸਟੇਟ 'ਚ ਗ੍ਰਿਫਤ ਦੇ ਇਲਾਕੇ 'ਚ ਸ਼ੁਰੂ ਹੋ ਜਾਂਦਾ ਹੈ ਤੇ ਜਿੱਥੇ ਬਹੁਤ ਕੰਮ ਮਿਲ ਜਾਂਦਾ ਹੈ। ਬੰਤੇ ਹੋਰੀ ਪੀਅਰਾਂ ਦਾ ਸੀਜ਼ਨ ਮੁਕਾ ਕੇ ਗ੍ਰਿਫਤ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਨੇ ਕੰਮ ਲੱਭਣ ਜਾਂ ਪੁੱਛਣ ਦੀ ਲੋੜ ਨਾ ਪਈ। ਕੰਮ ਤਾਂ ਜਿਵੇਂ ਉਹਨਾਂ ਨੂੰ ਲੱਭਦਾ ਹੋਵੇ ਤੇ ਉਹਨਾਂ ਤੇ ਆਪਣਾ ਡੇਰਾ ਅੰਗੂਰਾਂ ਦੇ ਇੱਕ ਫਾਰਮ 'ਚ ਲਗਾ ਲਿਆ। ਅੰਗੂਰ ਤੋੜਨ ਦਾ ਕੰਮ ਉਂਝ ਤੇ ਪੀਅਰ ਤੋੜਨ ਨਾਲੋਂ ਵੀ ਬੜਾ ਸੌਖਾ ਹੁੰਦਾ ਹੈ, ਪਰ ਅੰਗੂਰਾਂ ਦੇ ਰਸ ਨਾਲ ਕੱਪੜੇ ਗੁੜੁੱਚ ਹੋ ਜਾਂਦੇ ਆ। ਹਰ ਰੋਜ਼ ਕੱਪੜੇ ਧੋਣੇ ਪੈਂਦੇ ਆ। ਉਹਨਾਂ ਨੂੰ ਜੇ ਔਖ ਸੀ ਤਾਂ ਸਿਰਫ ਰੋਜ਼ ਕੱਪੜੇ ਧੋਂਦੀ। ਉਂਝ ਤੰਬਾਕੂ ਤੋੜਨ ਦਾ ਕੰਮ ਇਸ ਨਾਲੋਂ ਵੀ ਗੰਦਾ ਸੀ, ਜਿਹੜਾ ਉਹ ਕਈ ਵਰੇ ਕਰਦਾ ਰਿਹਾ ਸੀ। ਇਸ ਇਲਾਕੇ 'ਚ ਬਹੁਤੇ ਫਾਰਮ ਇਟਾਲੀਅਨਾਂ ਦੇ ਹਨ। ਇਹ ਵੀ ਮਧਰੇ ਜਿਹੇ ਕੱਦ ਵਾਲੀ ਕੌਮ ਬੜੀ ਮਿਹਨਤੀ ਤੇ ਸਿਰੜੀ ਹੈ। ਅੰਗੂਰਾਂ ਤੋਂ ਬਾਅਦ ਆਸਟ੍ਰੇਲੀਆ ਦੇ ਫਾਰਮਾਂ 'ਚ ਜੇ ਕੋਈ ਕੰਮ ਰਹਿ ਜਾਂਦਾ ਤਾਂ ਉਹ ਤਸਮਾਨੀਆ ਸਟੇਟ 'ਚ ਸੇਬ ਤੋੜਨ ਦਾ। ਇਸ ਸਟੇਟ ਆਸਟ੍ਰੇਲੀਆ ਤੋਂ ਬਿਲਕੁਲ ਵੱਖ ਸਮੁੰਦਰ 'ਚ ਇੱਕ ਟਾਪੂ ਹੈ, ਜਿੱਥੇ ਸਮੁੰਦਰੀ ਜਹਾਜ਼ ਤੇ ਚੜ੍ਹ ਕੇ ਪਹੁੰਚਣਾ ਪੈਂਦਾ ਹੈ। ਅੰਗੂਰਾਂ ਦੇ ਸੀਜ਼ਨ ਤੋਂ ਬਾਅਦ ਬੰਤੇ ਦੇ ਖਾਨਾਬਦੋਸ਼ ਮਨ ਨੇ ਤਸਮਾਨੀਆ ਵੱਲ ਮੂੰਹ ਕਰ ਲਿਆ। ਉਹਨੇ ਮੈਲਬੌਰਨ ਪਹੁੰਚ ਕੇ ਸਮੁੰਦਰੀ ਜਹਾਜ਼ ਦੀ ਆਪਣੇ ਦੋਹਾਂ ਦੀ ਤੇ ਕਾਰ ਦੀ ਟਿਕਟ ਖਰੀਦੀ ਤੇ ਜਹਾਜ਼ 'ਚ ਸਵਾਰ ਹੋ ਗਏ। ਬੰਤਾ ਵੇਖ ਕੇ ਬੜਾ ਹੈਰਾਨ ਹੋਇਆ ਕਿ ਹੁਣ ਜਹਾਜ਼ ਪਹਿਲਾਂ ਨਾਲੋਂ ਬੜੇ ਤੇਜ਼ ਚੱਲਣ ਲੱਗ ਪਏ ਸਨ। ਜਹਾਜ਼ਾਂ ਦੀਆਂ ਧੂਏ ਵਾਲੀਆਂ ਵੱਡੀਆਂ ਚਿਮਨੀਆਂ ਵੀ ਨਹੀਂ ਸਨ। ਫਿਰ ਉਹਨੂੰ ਪਤਾ ਲੱਗਾ ਕਿ ਜਹਾਜ਼ ਹੁਣ ਕੋਲੇ ਨਾਲ ਨਹੀਂ, ਤੇਲ ਨਾਲ ਚੱਲਦੇ ਹਨ ਤੇ ਹੁਣ ਉਹਨਾਂ ਨੂੰ ਜਹਾਜ਼ 'ਚ ਰੋਟੀ ਪਾਣੀ ਬਣਾਉਣ ਵਾਸਤੇ ਜਹਾਜ਼ ਦਾ ਇੱਕ ਵੱਖਰਾ ਅਮਲਾ ਸੀ। ਬੜਾ ਸਾਫ਼ ਸੁਥਰਾ ਜਹਾਜ਼ 'ਚ ਰਹਿਣ ਲਈ ਸਾਫ਼ ਸੁਥਰੇ ਕਮਰੇ, ਜਿੱਦਾਂ ਦੇ ਕਮਰੇ ਜੈਨੀ ਦੇ ਘਰ 'ਚ ਸੀ। ਕਮਰਿਆਂ ਦੇ ਨਾਲ ਹੀ ਗੁਸਲਖਾਨੇ ਤੇ ਫਲਸ਼ ਬਣੇ ਸਨ। ਜਹਾਜ਼ ਦੇ 'ਚ ਪੱਬ, ਟੈਲੀਵਿਜ਼ਨ ਦਾ ਕਮਰਾ ਤੇ ਡਾਕਟਰੀ ਸਹਾਇਤਾ ਲਈ ਡਾਕਟਰ ਤੇ ਨਰਸਾਂ ਵੀ ਸਨ। ਬੰਤੇ ਨੇ ਮਹਿਸੂਸ ਕੀਤਾ ਕਿ 30 ਸਾਲਾਂ 'ਚ ਉਸ ਵੇਖੇ ਹੋਏ ਸ਼ਹਿਰ ਸਿਡਨੀ ਤੇ ਮੈਲਬੌਰਨ ਹੀ ਨਹੀਂ ਬਦਲੇ, ਬਲਕਿ ਜਹਾਜ਼ ਵੀ ਬਿਲਕੁਲ ਵੱਖਰੀ ਤੇ ਨਵੀਂ ਕਿਸਮ ਦੇ ਬਣ ਗਏ ਹਨ। ਹੁਣ ਸਮੁੰਦਰੀ ਜਹਾਜ਼ਾਂ ਵਿੱਚ ਸਧਾਰਨ ਆਦਮੀ ਘੱਟ ਤੇ ਅਮੀਰ ਆਦਮੀ ਵਧੇਰੇ ਸਫ਼ਰ ਕਰਦੇ ਸਨ। ਜਹਾਜ਼ ਹੁਣ ਸੈਰ ਸਪਾਟੇ ਤੇ ਐਸ਼ੋ ਇਸ਼ਰਤ ਵਾਲਾ ਸਫ਼ਰ ਬਣ ਗਿਆ ਸੀ। ਦੂਸਰੇ ਦਿਨ ਹੀ ਉਹਨਾਂ ਦਾ ਜਹਾਜ਼ ਤਸਮਾਨੀਆ ਸਟੇਟ ਦੀ ਬੰਦਰਗਾਹ ਤੇ ਰਾਜਧਾਨੀ ਹੋਬਾਰਟ ਤੇ ਜਾ ਲੱਗਾ। ਉਹਨਾਂ ਨੂੰ ਕਾਰ ਲਈ ਬਹੁਤੀ ਉਡੀਕ ਨਹੀਂ ਕਰਨੀ ਪਈ। ਜਲਦੀ ਕਾਰ ਜਹਾਜ਼ ਦੇ ਅਮਲੇ ਫੈਲੇ ਨੇ ਉਹਨਾਂ ਦੇ ਹਵਾਲੇ ਕਰ ਦਿੱਤੀ। ਉਹਨਾਂ ਸ਼ਹਿਰ ਦੇ ਇੱਕ ਰੋਜ਼ਗਾਰ ਦਫ਼ਤਰ ਤੋਂ ਪਤਾ ਕੀਤਾ ਕਿ ਸੇਬਾਂ ਦੇ ਫਾਰਮ ਕਿੰਨੀ ਕੁ ਦੂਰ ਤੇ ਕਿਸ ਪਾਸੇ ਹਨ।
ਉੱਥੋਂ ਉਹਨਾਂ ਨੂੰ ਨਕਸ਼ਾ ਮਿਲ ਗਿਆ ਤੇ 1.5 ਕੁ ਘੰਟੇ ਬਾਅਦ ਹੀ ਉਹ ਸੇਬਾਂ ਦੇ ਫਾਰਮਾਂ ਦੇ ਇਲਾਕੇ 'ਚ ਪਹੁੰਚ ਗਏ। ਇਹ ਪਹਾੜੀ ਇਲਾਕਾ ਸੀ। ਪਹਾੜੀਆਂ ਦੀਆਂ ਕੁੱਖਾਂ 'ਚ ਵਧੀਆ ਲਾਲ ਸੇਬਾਂ ਨਾਲ ਭਰੇ ਹੋਏ ਸੇਬਾਂ ਦੇ ਬੂਟੇ ਭਾਰ ਨਾਲ ਟੁੱਟਣ ਤੇ ਆਏ ਸਨ। ਉਹਨਾਂ ਨੂੰ ਕੰਮ ਦੀ ਬਹੁਤੀ ਤਲਾਸ਼ ਨਾ ਕਰਨੀ ਪਈ। ਜਿਸ ਪਹਿਲੇ ਫਾਰਮ 'ਚੋਂ ਗਏ ਉੱਥੇ ਕੰਮ ਮਿਲ ਗਿਆ। ਇੱਥੇ ਰਹਿਣ ਲਈ ਘਰ ਵਿੱਚ ਵਰਤੋਂ ਦਾ ਸਾਰਾ ਸਮਾਨ ਪਹਿਲਾਂ ਹੀ ਕਿਸੇ ਦੀ ਉਡੀਕ 'ਚ ਸਵਾਰ ਬਣਾ ਕੇ ਟਿਕਾਇਆ ਹੋਇਆ ਸੀ। ਰਾਤ ਨੂੰ ਫਾਰਮਰ ਨੇ ਬੰਤੇ ਨੂੰ ਪੁੱਛਿਆ, ਤੁਸੀਂ ਪਹਿਲਾਂ ਕਦੇ ਸੇਬ ਤੋੜੇ ਆ? ਬੰਤੇ ਨੇ ਕਿਹਾ, ਨਹੀਂ। ਕੋਈ ਗੱਲ ਨਹੀਂ, ਸੇਬ ਤੋੜਨੇ ਤਾਂ ਬੜੇ ਸੌਖੇ ਆ, ਪਰ ਇਹਦੀ ਨਾਜ਼ੁਕ ਛਿੱਲ ਨੂੰ ਸੱਟ ਲੱਗਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਸਵੇਰੇ ਸੇਬ ਤੋੜਨੇ ਦੱਸ ਦਿਆਂਗਾ, ਉਂਝ ਕੰਮ ਬੜਾ ਸੌਖਾ ਹੈ। ਰਾਤ ਨੂੰ ਉਹਨਾਂ ਨੂੰ ਮਹਿਸੂਸ ਹੋਇਆ ਕਿ ਇੱਥੇ ਗ੍ਰਿਫਤ ਨਾਲੋਂ ਠੰਡ ਕਾਫੀ ਜ਼ਿਆਦਾ ਹੈ। ਸ਼ਾਇਦ ਇਸੇ ਕਰਕੇ ਫਾਰਮਰ ਰਾਤ ਲੱਕੜੀਆਂ ਦਾ ਹੀਟਰ ਬਾਲ ਗਿਆ ਸੀ, ਜਿਹਨੇ ਘਰ ਨਿੱਘਾ ਕਰ ਦਿੱਤਾ। ਸਵੇਰੇ ਉਹਨਾਂ ਨੂੰ ਚੰਗੀ ਠੰਡ ਮਹਿਸੂਸ ਹੋਈ ਤੇ ਉਹਨਾਂ ਨੂੰ ਕੰਮ ਤੇ ਜਾਣ ਲੱਗਿਆਂ ਕੋਟੀਆਂ ਪਾਉਣੀਆਂ ਪਈਆਂ। ਫਾਰਮਰ ਨੇ ਉਹਨਾਂ ਨੂੰ ਟਰੈਕਟਰ ਦੇ ਪਿੱਛੇ ਬਣੇ ਟਰਾਲੇ ਜਿਹੇ ਤੇ ਬਿੰਨੂ ਰੱਖ ਕੇ ਦੇ ਦਿੱਤੇ। ਟਰੈਕਟਰ ਉੱਤੇ ਨਾਲ ਜਾ ਕੇ ਉਹਨਾਂ ਨੂੰ ਸਮਝਾ ਦਿੱਤਾ ਕਿ ਸੇਬ ਕਿਸ ਤਰ੍ਹਾਂ ਤੋੜਨੇ ਹਨ। ਬੰਤੇ ਤੇ ਜੱਗੇ ਨੇ ਹੌਲੀ-ਹੌਲੀ ਬੜੀ ਸੰਭਲ ਕੇ ਸੇਬ ਤੋੜਨੇ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਇਹ ਕੰਮ ਬੜਾ ਸੌਖਾ ਤੇ ਸਾਫ਼ ਸੁਥਰਾ ਲੱਗਾ। ਬਸ ਫਿਰ ਕੀ ਸੀ, ਕੁਝ ਮਹੀਨਿਆਂ ਲਈ ਕੋਹਲੂ ਦੇ ਬਲਦ ਵਾਲਾ ਜੀਵਨ ਫੇਰ ਆਰੰਭ ਹੋ ਗਿਆ। ਸੇਬਾਂ ਦਾ ਸੀਜ਼ਨ ਖਤਮ ਕਰਕੇ ਮੁੜ ਗ੍ਰਿਫਤ ਆ ਗਏ। ਹੁਣ ਇੱਥੇ ਭਾਵੇਂ ਕੰਮ ਦਾ ਜ਼ੋਰ ਅੰਗੂਰਾਂ ਦੇ ਸੀਜ਼ਨ ਵਰਗਾ ਨਹੀਂ ਸੀ, ਪਰ ਟੁੱਟਵਾਂ ਜਿਹਾ ਕੰਮ ਸਿਆਲ ਵਾਲੇ ਸੰਤਰੇ ਤੋੜਨ ਦਾ ਤੇ ਗਾਜਰਾਂ ਪੁੱਟਣ ਦਾ ਫਿਰ ਵੀ ਮਿਲ ਹੀ ਜਾਂਦਾ ਸੀ। ਇਸ ਟੁੱਟਵੇਂ ਜਿਹੇ ਕੰਮ 'ਚ ਉਹਨਾਂ ਦਾ ਜੀ ਨਾ ਲੱਗਾ ਤੇ ਮੁੜ ਕੁਇਨਜ਼ਲੈਂਡ ਚਲੇ ਗਏ, ਜਿੱਥੇ ਗੰਨੇ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਸੀ। ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਮਹਿੰਦਰ ਮਝੈਲ ਹੋਰੀ ਮੁੜ ਉੱਥੇ ਆ ਗਏ ਹੈ। ਉਹ ਸਿੱਧੇ ਉਹਨਾਂ ਦੇ ਘਰ ਚਲੇ ਗਏ। ਮਹਿੰਦਰ ਹੋਰਾਂ ਨੂੰ ਚਾਹ ਚੜ ਗਿਆ। ਮਹਿੰਦਰ ਨੇ ਦੱਸਿਆ ਕਿ ਲਾਲ ਦੀ ਚਿੱਠੀ ਆਈ ਹੈ। ਉਹਨੇ ਲਿਖਿਆ ਕਿ ਗੇਲੂ ਦਾ ਪਾਸ ਬਣ ਗਿਆ, ਉਹ ਵੀ ਉਹਦੇ ਨਾਲ ਹੀ ਆ ਰਿਹਾ ਹੈ। ਆਸਟ੍ਰੇਲੀਆ ਸਰਕਾਰ ਦੇ ਦਫ਼ਤਰੋਂ ਗੇਲੂ ਦੇ ਪਾਸ ਤੇ ਮੋਹਰ ਵੀ ਲਵਾ ਲਈ ਹੈ। ਮਹਿੰਦਰ ਦੀ ਗੱਲ ਸੁਣ ਕੇ ਬੰਤੇ ਦਾ ਦਿਲ ਖੁਸ਼ੀ ਨਾਲ ਨੱਚ ਉੱਠਿਆ। ਉਹਦੇ ਮਨ ਦੀ ਕਿਸੇ ਗੁਪਤ ਨੁੱਕਰ ਵਿੱਚ ਇਹ ਆਵਾਜ਼ ਆ ਰਹੀ ਸੀ ਕਿ ਮੇਰਾ ਇੱਕ ਹੋਰ ਪੁੱਤ ਆਸਟ੍ਰੇਲੀਆ ਆ ਰਿਹਾ ਹੈ। ਨਾਲੇ ਸੰਤੀ ਨਾਲ ਕੀਤਾ ਵਾਅਦਾ ਵੀ ਪੂਰਾ ਕਰਨ ਦਾ ਉਹਨੂੰ ਮੌਕਾ ਮਿਲ ਗਿਆ। ਹੁਣ ਉਹ ਸੰਤੀ ਸਾਹਮਣੇ ਸ਼ਰਮਸਾਰ ਨਹੀਂ ਹੋਏਗਾ। ਗੰਨੇ ਦਾ ਸੀਜ਼ਨ ਜ਼ੋਰਾਂ ਨਾਲ ਚੱਲ ਪਿਆ ਸੀ। ਫਿਰ ਇੱਕ ਦਿਨ ਉਹਨਾਂ ਦੀ ਖੁਸ਼ੀ ਤੇ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਕੰਮ ਤੋਂ ਆ ਕੇ ਗੇਲੂ ਤੇ ਲਾਲ ਨੂੰ ਘਰ 'ਚ ਬੈਠੇ ਵੇਖਿਆ। ਲਾਲ ਬੀਅਰ ਪੀ ਰਿਹਾ ਸੀ ਤੇ ਗੇਲੂ ਪੱਕੀ ਵਿਸਕੀ। ਸਾਰੇ ਜੱਫੀਆਂ ਪਾ ਕੇ ਮਿਲੇ। ਗੇਲੂ ਤੇ ਜੱਗੂ ਜਿਵੇਂ ਸਕੇ ਭਰਾਵਾਂ ਨਾਲੋਂ ਵੀ ਵੱਧ ਹੋਣ, ਇਸ ਤਰ੍ਹਾਂ ਮਿਲੇ। ਜੱਗੂ ਨੂੰ ਕਈ ਵਾਰ ਗੇਲੂ ਦੀ ਠੇਠ ਪੰਜਾਬੀ ਸਮਝਣ 'ਚ ਔਖ ਜਿਹੀ ਮਹਿਸੂਸ ਹੁੰਦੀ। ਗੇਲੂ ਉਹਦੇ ਪੰਜਾਬੀ ਬੋਲਣ ਢੰਗ ਤੇ ਬੜਾ ਹੱਸਦਾ। ਫਿਰ ਵੀ ਦੋਹਾਂ 'ਚ ਸਾਂਝ ਸੀ, ਸ਼ਾਇਦ ਇਹਦਾ ਦੋਹਾਂ ਨੂੰ ਪਤਾ ਨਹੀਂ ਸੀ। ਗੇਲੂ ਪਾਸੋਂ ਬੰਤੇ ਨੇ ਘਰ ਦੀਆਂ ਬਹੁਤ ਗੱਲਾਂ ਪੁੱਛੀਆਂ। ਗੇਲੂ ਦੀ ਮਾਂ ਦਾ ਹਾਲ, ਆਪਣੇ ਭਰਾਵਾਂ ਦਾ ਹਾਲ, ਚੰਨੋ ਦਾ ਇਹ ਸੁਨੇਹਾ ਕਿ ਉਹਨੂੰ ਕਹੀਂ ਹੁਣ ਤਾਂ ਮੁੜਿਆ, ਹੁਣ ਤਾਂ ਯੁੱਗ ਬੀਤ ਗਏ ਨੇ। ਬੰਤੇ ਦੇ ਦਿਲ ਦਾ ਰੁੱਗ ਜਿਹਾ ਭਰ ਕੇ ਲੈ ਗਿਆ। ਉਹਦਾ ਦਿਲ ਕਰਦਾ ਸੀ ਗੇਲੂ ਚੰਨੋ ਦੀਆਂ ਗੱਲਾਂ ਕਰੀ ਜਾਵੇ। ਫਿਰ ਗੇਲੂ ਨੇ ਦੱਸਿਆ ਕਿ ਤਾਰੋ ਦਾ ਮੁੰਡਾ ਕਰਮਾ ਵੀ ਸਮੁੰਦਰੀ ਜਹਾਜ਼ਾਂ 'ਚ ਨੌਕਰ ਹੋ ਗਿਆ। ਇਹ ਗੱਲ ਸੁਣ ਕੇ ਬੰਤੇ ਨੂੰ ਲੱਗਿਆ ਜਿਵੇਂ ਉਹਨੂੰ ਚੰਨੋ ਤੋਂ ਜੁਦਾ ਹੋਇਆਂ ਯੁੱਗ ਬੀਤ ਗਏ ਹੋਣ। ਉਹਦੀ ਧੀ ਦਾ ਮੁੰਡਾ ਜਵਾਨ ਹੋ ਕੇ ਜਹਾਜ਼ਾਂ 'ਚ ਨੌਕਰ ਹੋ ਗਿਆ। ਉਹ ਧੀ ਜੀ ਦਾ ਜਨਮ ਵੀ ਉਹਦੇ ਮਗਰੋਂ ਹੋਇਆ ਸੀ। ਅੱਜ ਉਹਨੇ ਮਹਿਸੂਸ ਕੀਤਾ ਕਿ ਸੱਚਮੁੱਚ ਹੀ ਉਹਨੂੰ ਘਰੋਂ ਆਇਆ ਬਹੁਤ ਵਰ੍ਹੇ ਬੀਤ ਗਏ ਹਨ। ਫਿਰ ਉਹ ਸੋਚਿਆ ਇਹਦਾ ਉਹਨੂੰ ਪਹਿਲਾਂ ਕਿਉਂ ਨਹੀਂ ਖਿਆਲ ਆਇਆ। ਜਵਾਬ ਦਿਲ ਨੇ ਆਪ ਹੀ ਦਿੱਤਾ ਕਿ ਜੈਨੀ ਦੇ ਸਾਥ ਕਰਕੇ। ਸਮਾਂ ਬੀਤਦਾ ਗਿਆ। ਬੰਤਾ ਕਈ ਵਾਰ ਦੇਸ਼ ਜਾਣ ਬਾਰੇ ਸੋਚਦਾ। ਫਿਰ ਦੋਹਾਂ ਮੁੰਡਿਆਂ ਨੂੰ ਸੈੱਟ ਕਰਨ ਦੇ ਵਿਚਾਰ ਉਹਨੂੰ ਨਾ ਜਾਣ ਲਈ ਮਜਬੂਰ ਕਰਨ ਲੱਗ ਪੈਂਦੇ। ਹੌਲੀ-ਹੌਲੀ ਦੇਸ਼ ਜਾਣ ਦਾ ਵਿਚਾਰ ਧੁੰਦਲਾ ਹੁੰਦਾ ਚਲਾ ਗਿਆ ਤੇ ਬੰਤਾ ਮੁੜ ਦੋਹਾਂ ਮੁੰਡਿਆਂ ਨਾਲ ਕਮਾਦ ਦੇ ਕੰਮ 'ਚ ਕਮਾਦ ਵਾਂਗ ਆਪਾ ਪੀੜਨ 'ਚ ਰੁੱਝ ਗਿਆ। ਪੱਬ ਕਲੱਬ ਹੁਣ ਵੀ ਜਾਂਦੇ ਸੀ, ਪਰ ਹੁਣ ਦੋ ਟੋਲੀਆਂ 'ਚ, ਲਾਲ ਤੇ ਬੰਤੇ ਹੋਰਾਂ ਦੀ ਇੱਕ ਟੋਲੀ ਤੇ ਗੇਲੂ ਤੇ ਜੱਗੇ ਦੀ ਦੂਜੀ ਟੋਲੀ। ਪੱਬ ਜਾਣ ਲਈ ਬਣੀਆਂ ਵੱਖ-ਵੱਖ ਟੋਲੀਆਂ ਹੌਲੀ-ਹੌਲੀ ਗੱਭਰੂਆਂ ਤੇ ਬਜ਼ੁਰਗਾਂ ਦੇ ਵੱਖ-ਵੱਖ ਰਹਿਣ ਦੇ ਕੰਮ ਕਰਨ ਵਿੱਚ ਵੱਟ ਗਈਆਂ। ਬੰਤੇ ਤੇ ਲਾਲ ਹੋਰਾਂ ਦੇ ਘਰ ਵਿੱਚੋਂ ਵੀ ਕਿਸੇ ਰਾਤ ਸੰਦਲੀ ਹਾਸੇ ਦੇ ਛਣ-ਛਣ ਦੀ ਆਵਾਜ਼ ਆਉਂਦੀ ਤੇ ਅਗਲੀ ਸਵੇਰ ਕੋਈ ਅਧਖੜ ਗੋਰੀ ਜਾਂ ਟੁੱਟੇ ਸਰੀਰ ਦੇ ਅੰਗਾਂ ਨੂੰ ਜੋੜਨ ਲਈ ਵਿਸਕੀ ਦਾ ਸਹਾਰਾ ਲੈਂਦੀ। ਹੁਣ ਉਹਨਾਂ ਨੂੰ ਸ਼ਰਾਬ ਕੁਝ ਜ਼ਿਆਦਾ ਚੜ੍ਹਨ ਲੱਗ ਪਈ ਸੀ ਤੇ ਕਈ ਵਾਰੀ ਉਹ ਪੱਬ ਵਿੱਚ ਇੰਨੇ ਸ਼ਰਾਬੀ ਹੋ ਜਾਂਦੇ ਉਹਨਾਂ ਨੂੰ ਸਵੇਰੇ ਵੀ ਨਾ ਪਤਾ ਲੱਗਦਾ ਕਿ ਉਹ ਘਰ ਕਿਵੇਂ ਤੇ ਕਿਸ ਤਰ੍ਹਾਂ ਪਹੁੰਚੇ। ਇੱਕ ਦਿਨ ਦਾ ਕਮਾਲ ਹੀ ਹੋ ਗਈ ਜਦੋਂ ਉਹਨਾਂ ਦੀ ਕਾਰ ਪਤਾ ਨਹੀਂ ਕਿਹੜੇ ਵੇਲੇ ਸੜਕ ਤੋਂ ਲੱਥ ਕੇ ਗੱਡੀ ਦੀ ਲਾਈਨ ਪੈ ਗਈ। ਲਾਈਨ ਦੇ ਸਲੀਪਰਾਂ ਤੇ ਰੋੜਿਆਂ ਤੇ ਜਦੋਂ ਕਾਰ ਖੜਕਣ ਲੱਗ ਪਈ, ਬੰਤੇ ਨੇ ਲਾਲ ਨੂੰ ਕਿਹਾ, ਉਹ ਇਹ ਸੜਕ ਕਦੋਂ ਟੁੱਟ ਗਈ? ਅੱਗੇ ਤਾਂ ਚੰਗੀ ਭਲੀ ਸੀ, ਤੂੰ ਕਾਰ ਰੋਕ ਦੇਖੀਏ ਕੀ ਗੱਲ ਆ।
ਜਦੋਂ ਲਾਲ ਨੇ ਕਾਰ ਰੋਕ ਕੇ ਅੱਖਾਂ ਮਲ ਕੇ ਚੰਗੀ ਤਰ੍ਹਾਂ ਕਾਰ ਦੀਆਂ ਬੱਤੀਆਂ ਪੂਰੀਆਂ ਜਗਾ ਕੇ ਸਾਹਮਣੇ ਦੇਖਿਆ ਤਾਂ ਮਾਨੋ ਉਹਦਾ ਸਾਰਾ ਨਸ਼ਾ ਹੀ ਉਤਰ ਗਿਆ। ਘਬਰਾ ਕੇ ਬੋਲਿਆ, ਓਏ ਬੰਤਿਆ ਸਾਲਿਆ, ਕਾਰ ਤਾਂ ਆਪਾਂ ਨੂੰ ਗੱਡੀ ਦੀ ਲਾਈਨੋਂ ਲਾਈਨ ਲਈ ਜਾਂਦੀ ਆ, ਛੇਤੀ ਕਰਕੇ ਤੇ ਗੱਡੀ ਨਾ ਆ ਜਾਏ। ਉਹਨਾਂ ਬੜਾ ਸੰਭਲ ਕੇ ਛੇਤੀ ਕਾਰ ਪਿੱਛੇ ਲਿਆਂਦੀ। ਸੜਕ ਤੇ ਚੜ੍ਹ ਕੇ ਸੁੱਖ ਦਾ ਸਾਹ ਲਿਆ। ਫਿਰ ਕਈ ਦਿਨ ਉਹ ਇਸ ਗੱਲ ਨੂੰ ਯਾਦ ਕਰਕੇ ਲਾਲ ਨੂੰ ਛੇੜਦੇ ਰਹੇ। ਆਖਿਰ ਮਰਵਾਤਾ ਸੀ ਵੱਡੇ ਡਰਾਈਵਰ ਨੇ, ਸਾਲਿਆ ਤੈਨੂੰ ਲਾਈਨ ਨਾ ਦਿਸੀ। ਉਹ ਕਿਹੜਾ ਅੱਗੋਂ ਮੰਨਣ ਵਾਲਾ ਸੀ। ਅੱਗੋਂ ਕਹਿੰਦਾ, ਓਏ ਤੁਸੀਂ ਵੀ ਤਾਂ ਨਾਲ ਹੀ ਬੈਠੇ ਸੀ, ਤੁਹਾਨੂੰ ਕਿਹੜਾ ਦਿਸ ਪਈ ਸੀ। ਜੇ ਲਾਈਨ ਦੇਖਣ ਜੋਗੇ ਰਹਿਣਾ ਹੈ ਤਾਂ ਫਿਰ ਪੱਬ ਜਾਣ ਦੀ ਕੀ ਲੋੜ ਆ। ਇਸ ਤਰ੍ਹਾਂ ਕਈ ਦਿਨ ਇਹ ਸ਼ੁਗਲ ਚੱਲਦਾ ਰਿਹਾ। ਉਧਰ ਜੱਗਾ ਤੇ ਗੇਲੂ ਵੀ ਪਿਆਰ ਦੇ ਗਗਨਾਂ 'ਚ ਉਡਾਰੀਆਂ ਮਾਰਨ ਲੱਗ ਪਏ ਸੀ। ਇਹ ਉਮਰ ਐਸੀ ਹੁੰਦੀ ਹੈ, ਇਸ ਉਮਰੇ ਮੱਲੋ ਮੱਲੀ ਕਿਸੇ ਦਾ ਹੋਣ ਨੂੰ ਦਿਲ ਕਰ ਆਉਂਦਾ ਹੈ। ਦਿਲਾਂ ਦੀ ਵੇਦਨਾ, ਦਿਲਾਂ ਦੀਆਂ ਧੜਕਣਾਂ ਕੀ ਕਹਿੰਦੀਆਂ ਜਦੋਂ ਇੱਕ ਵਾਰ ਅੱਖਾਂ ਮਿਲਦੀਆਂ, ਕਈ ਵਾਰ ਐਸੀਆਂ ਝੁਕਦੀਆਂ ਕਿ ਉੱਪਰ ਚੁੱਕਣ ਲੱਗਿਆਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਮੱਥੇ ਤੇ ਪਸੀਨਾ ਆ ਜਾਂਦਾ ਹੈ। ਤੇ ਫਿਰ ਜਦੋਂ ਮੈਂ ਤੂੰ ਵਿੱਚ ਵੱਟ ਜਾਂਦੀ ਹੈ ਤਾਂ ਦੁਨੀਆ ਖੂਬਸੂਰਤ ਫੁੱਲਾਂ ਦਾ ਬਗੀਚਾ ਲੱਗਣ ਲੱਗ ਪੈਂਦੀ ਹੈ। ਹਾਣ ਨੂੰ ਹਾਣ ਦਾ ਪਤਾਲਾਂ ਵਿੱਚ ਵੀ ਜਾ ਮਿਲਦਾ ਹੈ। ਇੰਝ ਹੀ ਇੱਕ ਦਿਨ ਜੱਗੂ ਦੀ ਹਾਨਣ ਜੂਲੀ ਨੇ ਲੱਭ ਲਿਆ। ਇੱਥੇ ਮੁੰਡਾ ਕੁੜੀ ਮਿਲਣ ਤੋਂ ਪਿੱਛੋਂ ਵੀ ਕਦੀ ਇੱਕ ਦੂਜੇ ਨੂੰ ਨਹੀਂ ਪੁੱਛਦੇ ਕਿ ਤੇਰੇ ਮਾਂ-ਪਿਓ ਕੀ ਕਰਦੇ ਆ, ਕਿੱਥੇ ਰਹਿੰਦੇ ਆ। ਹਾਂ, ਗੱਲਾਂ 'ਚ ਜੇ ਕਿਤੇ ਜ਼ਿਕਰ ਹੋ ਜਾਏ ਤਾਂ ਵੱਖਰੀ ਗੱਲ। ਇੰਝ ਹੀ ਇੱਕ ਦਿਨ ਜਦੋਂ ਜੂਲੀ ਤੇ ਜੱਗਾ ਇੱਕ ਦੂਜੇ ਦੇ ਪਿਆਰ 'ਚ ਮਸਤ ਹੋਏ ਸੰਸਾਰ ਦੀ ਹੋਂਦ ਭੁੱਲੀ ਬੈਠੇ ਸੀ ਤਾਂ ਉਹਨਾਂ ਦੇ ਪਾਸ ਆ ਕੇ ਪਰਛਾਵਾਂ ਰੁਕਿਆ। ਜੱਗੇ ਨੇ ਮੂੰਹ ਚੁੱਕ ਕੇ ਵੇਖਿਆ, ਹੈਰਾਨ ਰਹਿ ਗਿਆ। ਉਹਦੀ ਮਾਂ ਜੈਨੀ ਸੀ, ਜਿਹੜੀ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਜਿਵੇਂ ਆਪਣੀ ਉਮਰ ਦੇ ਕਈ ਵਰ੍ਹੇ ਹੰਢਾ ਗਈ ਹੋਵੇ। ਉਹ ਤਰਸ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਜੱਗੇ ਵੱਲ ਵੇਖਣ ਲੱਗੀ। ਜੱਗੇ ਨੇ ਉੱਠ ਕੇ ਸਤਿਕਾਰ ਵਜੋਂ ਕਿਹਾ ਕਿ ਹੈਲੋ ਮਾਂ, ਤੂੰ ਕਿਸ ਤਰ੍ਹਾਂ। ਜੈਨੀ ਨੇ ਕਿਹਾ, ਮੈਂ ਠੀਕ ਹਾਂ, ਤੂੰ ਤੇ ਤੇਰਾ ਡੈਡ ਕਿਸ ਤਰ੍ਹਾਂ ਹੋ। ਜਦੋਂ ਜੱਗੇ ਨੇ ਦੱਸਿਆ ਕਿ ਅਸੀਂ ਬਿਲਕੁਲ ਠੀਕ ਹਾਂ ਤਾਂ ਡੈਡ ਹੁਣ ਲਾਲ ਅੰਕਲ ਨਾਲ ਰਹਿੰਦਾ ਹੈ ਤਾਂ ਜੈਨੀ ਦਾ ਰੰਗ ਗੁੱਸੇ ਨਾਲ ਲਾਲ ਹੋ ਗਿਆ। ਸ਼ਾਇਦ ਉਹਦੇ ਮਨ 'ਚ ਲਾਲ ਦੇ ਘਰ 'ਚ ਵੇਖੀ ਉਸ ਦਿਨ ਵਾਲੀ ਕਾਲੀ ਦੀ ਤਸਵੀਰ ਸਾਕਾਰ ਹੋ ਗਈ ਹੋਵੇ। ਮਨੁੱਖੀ ਮਨ ਦਾ ਕਿੱਡਾ ਵੱਡਾ ਦੁਖਾਂਤ ਹੈ ਕਿ ਜਿਹਦਾ ਵੀ ਇੱਕ ਜੀਵਨ ਸਾਥੀ ਵਜੋਂ ਉਹ ਸਾਥ ਹੰਢਾ ਲੈਂਦਾ, ਉਸ ਨਾਲੋਂ ਸਦਾ ਲਈ ਵੱਖ ਹੋ ਕੇ ਵੀ ਮਨ 'ਚ ਉਸ 'ਤੇ ਆਪਣੇ ਕਬਜ਼ੇ ਦੀ ਭਾਵਨਾ ਨਹੀਂ ਖਤਮ ਹੁੰਦੀ। ਸ਼ਾਇਦ ਜੈਨੀ ਦੇ ਮਨ 'ਚ ਵੀ ਇਹੀ ਭਾਵਨਾ ਉਸਰੀ ਹੋਵੇ ਕਿ ਉਹਦੇ ਬੰਤੇ ਕੋਲ ਹੁਣ ਪਰਾਈਆਂ ਔਰਤਾਂ ਆਉਂਦੀਆਂ ਹੋਣਗੀਆਂ। ਸ਼ਾਇਦ ਇਹੀ ਭਾਵਨਾ ਬੰਤੇ ਤੇ ਅਚੇਤ ਮਨ 'ਚ ਵੀ ਕਦੇ-ਕਦੇ ਸਿਰ ਚੁੱਕਦੀ ਹੋਵੇ, ਜਿਹਨੂੰ ਉਹ ਸ਼ਰਾਬ ਦੇ ਨਸ਼ੇ ਨਾਲ ਦਬਾਉਣ ਦਾ ਯਤਨ ਕਰਦਾ ਹੋਵੇ। ਅੰਗ 15ਵਾਂ। 40 ਨੂੰ ਢੁੱਕਿਆ ਗੇਲੂ, ਜੋ 2 ਮੁੰਡਿਆਂ ਤੇ ਇੱਕ ਧੀ ਦਾ ਬਾਪ ਸੀ। ਉਹਨੇ ਆਪਣੀ ਧੀ ਮੁੰਡਿਆਂ ਤੋਂ ਵੱਡੀ ਹੋਣ ਕਰਕੇ ਵਿਆਹ ਵੀ ਦਿੱਤੀ ਸੀ। ਉਹਨੂੰ ਕਈ ਵਾਰ ਜਦ ਆਪਣਾ ਪਰਿਵਾਰ ਯਾਦ ਆ ਜਾਂਦਾ ਤਾਂ ਮਾਨੋ ਰਾਤ ਅੱਖਾਂ ਵਿੱਚ ਦੀ ਲੰਘ ਜਾਂਦੀ। ਉਹ ਘਰ ਨੂੰ ਚਿੱਠੀ ਲਿਖਦਾ ਪਰ ਉਸ ਵਿੱਚ ਆਪਣੇ ਦਿਲ ਦੀ ਵੇਦਨਾ ਨਾ ਬਿਆਨ ਕਰ ਸਕਦਾ, ਕਿਉਂਕਿ ਉਹ ਖਤ ਉਰਦੂ 'ਚ ਲਿਖਦਾ ਸੀ ਜੋ ਉਹਦੀ ਘਰਵਾਲੀ ਤੇ ਬੱਚਿਆਂ ਨੂੰ ਨਹੀਂ ਸੀ ਆਉਂਦਾ, ਤੇ ਉਹ ਚਿੱਠੀ ਪੰਜਾਬੀ ਵਿੱਚ ਲਿਖਦੇ ਸਨ ਜਿਹੜੀ ਉਸ ਕੋਲੋਂ ਪੜ੍ਹੀ ਨਹੀਂ ਸੀ ਜਾਂਦੀ। ਪਰ ਉਂਝ ਜਿਵੇਂ ਚਿੱਠੀ ਵੇਖ ਕੇ ਹੀ ਆਪਣੀ ਪਤਨੀ ਦੇ ਦਿਲ ਦੀ ਹੂਕ ਉਹਨੂੰ ਮਹਿਸੂਸ ਹੋਣ ਲੱਗ ਪੈਂਦੀ ਸੀ, ਤੇ ਉਹਦੇ ਖਤ ਦਾ ਅਸਰ ਵੀ ਸ਼ਾਇਦ ਕੁਝ ਇਸ ਤਰ੍ਹਾਂ ਦਾ ਹੀ ਹੁੰਦਾ ਹੋਵੇ। ਭਾਵੇਂ ਜੱਗੇ ਤੇ ਗੇਲੂ ਦੀ ਉਮਰ ਦਾ ਫਰਕ 10 ਕੁ ਵਰ੍ਹਿਆਂ ਤੋਂ ਵੀ ਵੱਧ ਸੀ, ਪਰ ਉਹ ਆਪਣੇ ਭੇਦ ਹਾਣੀਆਂ ਵਾਂਗ ਹੀ ਸਾਂਝੇ ਕਰ ਲੈਂਦੇ ਸਨ। ਜਿਸ ਦਿਨ ਤੋਂ ਜੱਗੇ ਨੇ ਗੇਲੂ ਨੂੰ ਇਹ ਦੱਸਿਆ ਸੀ ਕਿ ਉਹ ਜੂਲੀ ਨਾਲ ਵਿਆਹ ਕਰੇਗਾ, ਉਸ ਦਿਨ ਤੋਂ ਹੀ ਗੇਲੂ ਜੂਲੀ ਨੂੰ ਆਪਣੀ ਛੋਟੀ ਭਰਜਾਈ ਸਮਝਣ ਲੱਗ ਪਿਆ ਸੀ। ਛੋਟੀ ਭਰਜਾਈ ਜਿਹੜੀ ਗੇਲੂ ਦੇ ਵਿਚਾਰ ਅਨੁਸਾਰ ਧੀਆਂ ਵਰਗੀ ਹੁੰਦੀ ਹੈ। ਬੰਤਾ ਭਾਵੇਂ ਜੱਗੂ ਤੇ ਜੂਲੀ ਦੇ ਸਬੰਧਾਂ ਤੇ ਕਦੀ ਵੀ ਜੱਗੂ ਅੱਗੇ ਕੋਈ ਇਤਰਾਜ਼ ਨਹੀਂ ਸੀ ਕਰਦਾ, ਪਰ ਮਨੋਂ ਖੁਸ਼ ਨਹੀਂ ਸੀ। ਉਹ ਸੋਚਦਾ ਸੀ ਇਹਨਾਂ ਗੋਰੀਆਂ ਦਾ ਕੀ ਭਰੋਸਾ ਹੈ, ਕਦੋਂ ਧੋਖਾ ਦੇ ਜਾਣ। ਪਰ ਜਦੋਂ ਜੱਗੂ ਤੇ ਜੂਲੀ ਖੁਸ਼ੀ 'ਚ ਮਸਤ ਹੋਏ ਝੂਮਦੇ ਬੰਤੇ ਨੂੰ ਮਿਲਦੇ ਤੇ ਜੂਲੀ ਬੰਤੇ ਦੇ ਗਲ 'ਚ ਧੀਆਂ ਵਾਂਗ ਬਾਹਾਂ ਪਾ ਕੇ ਆਪਣੇ ਪਿਓ ਵਾਂਗ ਬੰਤੇ ਦਾ ਮੱਥਾ ਚੁੰਮਦੀ ਤਾਂ ਉਹਨੂੰ ਇਹ ਦੋਵੇਂ ਬੜੇ ਪਿਆਰੇ ਲੱਗਦੇ ਤੇ ਉਹਦੇ ਮਨ 'ਚ ਇੱਕ ਅਰਦਾਸ ਉੱਠਦੀ ਕਿ ਰੱਬਾ ਇਹਨਾਂ ਦੀ ਜੋੜੀ ਬਣਾਈ ਰੱਖੀ। ਫਿਰ ਇੱਕ ਦਿਨ ਜੱਗੇ ਨੇ ਬੰਤੇ ਨੂੰ ਆ ਕੇ ਦੱਸਿਆ ਕਿ ਜੂਲੀ ਨਾਲ ਵਿਆਹ ਕਰਾ ਰਿਹਾ ਤੇ ਅਦਾਲਤ ਕੋਲੋਂ ਵਿਆਹ ਦੀ ਤਰੀਕ ਵੀ ਲੈ ਲਈ। ਬੰਤਾ ਬੜਾ ਖੁਸ਼ ਹੋਇਆ। ਉਹਨੇ ਜੱਗੇ ਨੂੰ ਕਿਹਾ ਕਿ ਵਿਆਹ ਦੀ ਪਾਰਟੀ ਤੇ ਸਾਰਾ ਖਰਚ ਉਹ ਕਰੇਗਾ, ਪਰ ਜੱਗਾ ਨਾ ਮੰਨਿਆ। ਉਹਨੇ ਕਿਹਾ, ਤੁਸੀਂ ਸਾਨੂੰ ਵਿਆਹ ਤੇ ਕੋਈ ਤੋਹਫਾ ਤਾਂ ਦੇ ਸਕਦੇ ਹੋ, ਪਰ ਆਪਣੇ ਵਿਆਹ ਦੀ ਪਾਰਟੀ ਦਾ ਖਰਚ ਅਸੀਂ ਆਪ ਦੋਵੇਂ ਜਣੇ ਕਰਾਂਗੇ। ਵਿਆਹ ਵਾਲੇ ਦਿਨ ਦੀ ਪਾਰਟੀ ਲਈ ਕਲੱਬ ਦਾ ਇੱਕ ਹਾਲ ਬੁੱਕ ਕਰਾ ਲਿਆ ਗਿਆ। ਨਿਯਤ ਸਮੇਂ ਤੇ ਵਿਆਹ ਕਰਨ ਵਾਲੇ ਮੈਜਿਸਟ੍ਰੇਟ ਦੀ ਕਚਹਿਰੀ ਵਿੱਚ ਇੱਧਰੋਂ ਗੇਲੂ, ਬੰਤਾ, ਲਾਲ, ਜੱਗਾ ਤੇ ਹੋਰ ਪੰਜਾਬੀ ਕਚਹਿਰੀ 'ਚ ਪਹੁੰਚ ਗਏ। ਉੱਧਰੋਂ ਜੂਲੀ ਤੇ ਉਹਦੇ ਮਾਂ-ਬਾਪ, ਵੱਡੀ ਭੈਣ, ਭਰਾ ਤੇ ਹੋਰ ਰਿਸ਼ਤੇਦਾਰ ਅਦਾਲਤ 'ਚ ਹਾਜ਼ਰ ਹੋ ਗਏ।
ਜੱਜ ਨੇ ਦੋਹਾਂ ਨੂੰ ਇੱਕ ਦੂਜੇ ਲਈ ਵਫਾਦਾਰ ਰਹਿਣ ਦੀ ਸਹੁੰ ਚੁਕਾਈ, ਆਸ਼ੀਰਵਾਦ ਦਿੱਤਾ। ਜੱਗੇ ਨੇ ਵਿਆਹ ਦੀ ਮੁੰਦਰੀ ਜੂਲੀ ਦੇ ਖੱਬੇ ਹੱਥ ਦੀ ਚੀਚੀ ਦੇ ਨਾਲ ਵਾਲੀ ਉਂਗਲੀ 'ਚ ਪਾਈ ਤੇ ਜੂਲੀ ਨੇ ਜੱਗੇ ਦੇ ਸੱਜੇ ਹੱਥ ਦੀ ਉਸੇ ਉਂਗਲੀ 'ਚ ਮੁੰਦਰੀ ਪਾਈ। ਦੋਹਾਂ ਨੇ ਇੱਕ ਦੂਜੇ ਨੂੰ ਜੱਜ ਦੇ ਕਹਿਣ ਤੇ ਚੁੰਮ ਲਿਆ, ਮਾਨੂੰ ਜੱਜ ਨੇ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਦੇ ਪਿਆਰ ਕਮਰੇ ਦਾ ਆਪਣੇ ਸਾਹਮਣੇ ਉਦਘਾਟਨ ਕਰਾ ਦਿੱਤਾ ਸੀ। ਵਿਆਹ ਤੋਂ ਪਿੱਛੋਂ ਕਲੱਬ ਦੇ ਹਾਲ 'ਚ ਵੰਨ-ਸੁਵੰਨੀਆਂ ਸ਼ਰਾਬਾਂ, ਸੌਫਟ ਡਰਿੰਕਸ ਤੇ ਅੰਗਰੇਜ਼ੀ ਖਾਣਿਆਂ ਦੀ ਇੱਕ ਬਹੁਤ ਵੱਡੀ ਤੇ ਖੂਬਸੂਰਤ ਪਾਰਟੀ 10-11 ਵਜੇ ਤੱਕ ਚੱਲਦੀ ਰਹੀ। ਕਈ ਗੋਰੇ ਤੇ ਪੰਜਾਬੀ ਗੁੱਟ ਹੋ ਗਏ। ਬੰਤੇ ਦਾ ਕੁੜਮ ਤੇ ਕੁੜਮਣੀ ਬੜੇ ਖੁਸ਼ ਸਨ ਕਿਉਂਕਿ ਉਹਨਾਂ ਦੀ ਧੀ ਨੂੰ ਬੜੀ ਸਿਰੜੀ ਤੇ ਮਿਹਨਤੀ ਕੌਮ ਦਾ ਪਤੀ ਨਸੀਬ ਹੋਇਆ ਸੀ। ਭਾਵੇਂ ਬੰਤਾ ਵੀ ਬੜਾ ਖੁਸ਼ ਸੀ ਕਿ ਅੱਜ ਉਹ ਨੂੰਹ ਵਾਲਾ ਬਣ ਗਿਆ, ਪਰ ਕਦੇ-ਕਦੇ ਜੈਨੀ ਦੀ ਬੇਵਫਾਈ ਦਾ ਖਿਆਲ ਉਹਦੇ ਮਨ ਨੂੰ ਧੁੜਕੂ ਜਿਹਾ ਲਾ ਦਿੰਦਾ। ਜੱਗੇ ਦੇ ਵਿਆਹ ਤੋਂ ਪਿੱਛੋਂ ਜੈਨੀ ਨੇ ਵੀ ਜੱਗੇ ਨਾਲ ਨੇੜਤਾ ਕਰਨੀ ਸ਼ੁਰੂ ਕਰਤੀ। ਹੁਣ ਉਹ ਥੋੜੀ-ਥੋੜੀ ਸ਼ਰਾਬ ਵੀ ਪੀਣ ਲੱਗ ਪਈ ਸੀ ਤੇ ਸ਼ਰਾਬ ਪੀ ਕੇ ਕਈ ਵਾਰ ਬੰਤੇ ਦੀਆਂ ਗੱਲਾਂ ਕਰਦੀ-ਕਰਦੀ ਭਾਵੁਕ ਹੋ ਜਾਂਦੀ। ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ। ਜੱਗਾ ਉਹਨਾਂ ਦਿਨਾਂ ਨੂੰ ਯਾਦ ਕਰਕੇ ਹੋਰ ਵੀ ਗੰਭੀਰ ਹੋ ਜਾਂਦਾ ਤੇ ਫਿਰ ਇੱਕ ਦਿਨ ਜਦੋਂ ਬੰਤਾ ਜੱਗੇ ਦੇ ਘਰ ਬੈਠਾ ਸੀ, ਦੋਵੇਂ ਪਿਓ ਪੁੱਤ ਹਵਾ ਪਿਆਜ਼ੀ ਜੇ ਹੋਏ ਬੈਠੇ ਸੀ ਤੇ ਜੈਨੀ ਵੀ ਜੱਗੇ ਦੇ ਘਰ ਆ ਗਈ। ਪਹਿਲਾਂ ਤਾਂ ਉਹ ਬੂਹੇ ਵਿੱਚ ਹੀ ਰੁਕ ਗਈ, ਫਿਰ ਹੌਸਲਾ ਕਰਕੇ ਅੰਦਰ ਲੰਘ ਆਈ। ਜੱਗੇ ਹੈਲੋ ਕਰਕੇ ਜਦੋਂ ਉਹਦੇ ਪਿਆਰ ਭਿੱਜੀਆਂ ਪਲਕਾਂ ਨਾਲ ਬੰਤੇ ਵੱਲ ਵੇਖ ਕੇ ਉਹਨੂੰ ਹੈਲੋ ਕਿਹਾ ਤਾਂ ਮਾਨੋ ਇੱਕ ਪਲ ਲਈ ਦੋਹਾਂ ਦੇ ਦਿਲਾਂ ਦੀ ਧੜਕਣ ਰੁਕ ਗਈ। ਬੰਤਾ ਉੱਠ ਕੇ ਜਾਣਾ ਚਾਹੁੰਦਾ ਹੋਇਆ ਵੀ ਉੱਠ ਨਾ ਸਕਿਆ। ਜੱਗਾ ਦੋਹਾਂ ਦੀ ਹਾਲਤ ਵੇਖ ਉੱਠ ਕੇ ਰਸੋਈ 'ਚ ਖਾਣਾ ਤਿਆਰ ਕਰਦੀ ਜੂਲੀ ਕੋਲ ਚਲਾ ਗਿਆ ਤੇ ਫਿਰ ਦੋਵੇਂ ਰਸੋਈ 'ਚ ਸਲਾਹ ਕਰਕੇ ਇਹ ਕਹਿ ਕੇ ਘਰੋਂ ਚਲੇ ਗਏ ਕਿ ਡੈਡ, ਅਸੀਂ ਸ਼ਾਪਿੰਗ ਕਰਕੇ ਹੁਣੇ ਵਾਪਸ ਆਏ, ਤੁਸੀਂ ਜਾਇਓ ਨਾ। ਉਹ ਦੋਵੇਂ ਸਮਝਦੇ ਸੀ ਕਿ ਸ਼ਾਇਦ ਸਾਡੇ ਕੁਝ ਚਿਰ ਲਈ ਇਹਨਾਂ ਕੋਲੋਂ ਦੂਰ ਜਾਣ ਨਾਲ ਵਰ੍ਹਿਆਂ ਤੋਂ ਦੂਰ ਹੋਏ ਦਿਲ ਫੇਰ ਨੇੜੇ ਹੋ ਜਾਣ। ਉਹਨਾਂ ਦਾ ਇਹ ਕਿਆਸ ਠੀਕ ਹੀ ਨਿਕਲਿਆ। ਜੱਗੇ ਤੇ ਜੂਲੀ ਦੇ ਜਾਣ ਤੋਂ ਬਾਅਦ ਜੈਨੀ ਤੇ ਬੰਤਾ ਕਿੰਨੀ ਦੇਰ ਬੁੱਤ ਬਣੇ ਇੱਕ ਦੂਜੇ ਦੀਆਂ ਅੱਖਾਂ 'ਚੋਂ ਆਪਣਾ ਗੁਆਚਿਆ ਅਤੀਤ ਭਾਲਦੇ ਰਹੇ ਤੇ ਫਿਰ ਜੈਨੀ ਇੰਨੀ ਭਾਵੁਕ ਹੋ ਗਈ ਕਿ ਉਸ ਬੰਤੇ ਦੇ ਸਾਹਮਣੇ ਵਾਲੀ ਕੁਰਸੀ ਤੋਂ ਉੱਠ ਕੇ ਬੰਤੇ ਦੇ ਨਾਲ ਸੋਫੇ ਤੇ ਬਹਿੰਦੀ ਉਹਦੇ ਗਲ 'ਚ ਬਾਹਾਂ ਪਾ ਫੁੱਟ-ਫੁੱਟ ਕੇ ਰੋ ਪਈ। ਬੰਤੇ ਦੀਆਂ ਅੱਖਾਂ ਨੇ ਵੀ ਬਰਸਾਤ ਲਾ ਦਿੱਤੀ। ਜੈਨੀ ਨਾਲ ਬੰਤੇ ਦੇ ਗਲ ਨਾਲ ਚੰਬੜੀ ਰੋਈ ਜਾ ਰਹੀ ਸੀ ਤੇ ਨਾਲੇ ਹਟਕੋਰੇ ਲੈਂਦੀ ਬੋਲੀ ਜਾ ਰਹੀ ਸੀ, ਨਹੀਂ ਹੁਣ ਹੋਰ ਨਹੀਂ ਦੂਰ ਰਿਹਾ ਜਾਂਦਾ, ਤੂੰ ਮੈਨੂੰ ਮਾਫ਼ ਕਰ ਦੇ। ਤੇ ਉਹ ਪਲੀਜ਼ ਕਰੀ ਜਾਂਦੀ ਸੀ ਤੇ ਮਾਫੀਆਂ ਮੰਗੀ ਜਾਂਦੀ ਸੀ, ਨਾਲੇ ਆਖੀ ਜਾ ਰਹੀ ਸੀ ਕਿ ਮੈਂ ਮੂਰਖ ਨੇ ਆਪਣੇ ਹੱਥੀਂ ਆਪਣਾ ਘਰ ਉਜਾੜ ਲਿਆ। ਮੈਂ ਤੈਨੂੰ ਦੱਸ ਨਹੀਂ ਸਕਦੀ ਤੇ ਇੱਥੋਂ ਵਿਛੜ ਕੇ ਮੈਂ ਵਰੇ ਕਿਵੇਂ ਲੰਘਾਏ ਹੈ। ਮੈਨੂੰ ਇੰਜ ਲੱਗਦਾ ਸੀ ਜਿਵੇਂ ਰੋਜ਼ ਰਾਤ ਨੂੰ ਤੇਰੀ ਜੁਦਾਈ ਦਾ ਸੱਪ ਮੇਰੇ ਨਾਲ ਆ ਕੇ ਸੌਂ ਜਾਂਦਾ ਰਿਹਾ ਹੋਵੇ। ਕੀ ਤੈਨੂੰ ਵੀ ਮੈਂ ਕਦੇ ਯਾਦ ਨਹੀਂ ਸੀ ਆਉਂਦੀ? ਬੰਤਾ ਹੁਣ ਸੰਭਲ ਚੁੱਕਾ ਸੀ। ਉਹਨੇ ਹੌਸਲਾ ਦਿੰਦੇ ਆਖਿਆ, ਕੋਈ ਗੱਲ ਨਹੀਂ, ਇਹ ਬੁਰੇ ਦਿਨ ਸ਼ਾਇਦ ਸਾਡੇ ਨਸੀਬਾਂ 'ਚ ਲਿਖੇ ਹੋਏ ਸਨ ਤੇ ਇੱਥੋਂ ਦੂਰ ਜਾ ਕੇ ਮੈਂ ਕਿਹੜਾ ਸੁਖੀ ਸੀ। ਬਸ ਇੰਜ ਸਮਝ ਲੈ, ਥਾਂ ਆਪਣੀ ਲਾਸ਼ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਰਿਹਾ ਤੇ ਇੱਥੋਂ ਬਗੈਰ ਉਂਝ ਵੀ ਤਾਂ ਇਹ ਸਰੀਰ ਸਿਰਫ ਲਾਸ਼ ਹੀ ਰਹਿ ਗਿਆ ਸੀ। ਜੈਨੀ ਫੇਰ ਭਾਵੁਕ ਹੋ ਗਈ ਤੇ ਉਹਨੇ ਚੁੰਮ ਬੰਤੇ ਦਾ ਮੂੰਹ ਗਿੱਲਾ ਕਰ ਦਿੱਤਾ। ਫਿਰ ਜਿਵੇਂ ਇਸ ਵਿਛੋੜੇ ਦੇ ਕੋਸੇ ਚੁੰਮਣਾਂ 'ਚੋਂ ਸੇਕ ਨਿਕਲਣ ਲੱਗ ਪਿਆ, ਉਹ ਸੇਕ ਜਿਸ ਨਾਲ ਤਨ ਵੀ ਮੋਮ ਵਾਂਗ ਪਿਘਲ ਜਾਂਦਾ ਹੈ। ਜਦੋਂ ਜੱਗਾ ਤੇ ਜੂਲੀ ਵਾਪਸ ਆਏ, ਸਾਗਰ ਦੀਆਂ ਤੂਫਾਨੀ ਲਹਿਰਾਂ ਸ਼ਾਂਤ ਹੋ ਚੁੱਕੀਆਂ ਸਨ। ਹੁਣ ਜੱਗੇ ਨੂੰ ਮੌਮ ਤੇ ਡੈਡ ਇਸ ਤਰ੍ਹਾਂ ਲੱਗਦੇ ਸੀ ਜਿਵੇਂ ਉਹ ਕਦੇ ਵੀ ਇੱਕ ਦੂਜੇ ਤੋਂ ਵੱਖ ਨਾ ਹੋਏ ਹੋਣ। ਵਰ੍ਹਿਆਂ ਬਾਅਦ ਜੈਨੀ ਆਪਣੇ ਹੱਥ ਨਾਲ ਬੰਤੇ ਨੂੰ ਵਿਸਕੀ ਦਾ ਪੈਗ ਬਣਾ ਕੇ ਦੇ ਰਹੀ ਸੀ। ਆਪ ਉਹ ਸਿਰਫ ਸੌਫਟ ਡਰਿੰਕ ਹੀ ਪੀ ਰਹੀ ਸੀ, ਜਿਵੇਂ ਹੁਣ ਉਹਨੂੰ ਦੂਜੇ ਨਸ਼ਿਆਂ ਦੀ ਲੋੜ ਨਾ ਰਹੀ ਹੋਵੇ, ਕਿਉਂਕਿ ਉਹਨੇ ਪਿਆਰ ਦਾ ਨਸ਼ਾ ਇੱਕੋ ਡੀਕ ਨਾਲ ਇੰਨਾ ਪੀ ਲਿਆ ਸੀ ਕਿ ਉਹ ਬਿਨ ਪੀਤੀ ਹੋਈ ਸ਼ਰਾਬੀ ਜਿਹੀ ਹੋਈ ਲੱਗਦੀ ਸੀ। ਉਸ ਰਾਤ ਬੰਤਾ ਵਰ੍ਹਿਆਂ ਬਾਅਦ ਜੈਨੀ ਨਾਲ ਉਹਦੇ ਘਰ ਗਿਆ। ਘਰ ਦੇ ਕੋਨਿਆਂ ਵਿੱਚੋਂ ਜੋ ਉਦਾਸ ਇੱਕ ਕੱਲ ਝਾਕ ਰਹੀ ਸੀ, ਉਹਨਾਂ ਦੇ ਘਰ 'ਚ ਪੈਰ ਪਾਉਂਦਿਆਂ ਹੀ ਘਰ ਨੂੰ ਅਲਵਿਦਾ ਕਹਿ ਗਈ ਤੇ ਇਸ ਰਾਤ ਦੋਵੇਂ ਬੀਤ ਗਏ ਦੀਆਂ ਤਲਖੀਆਂ ਨੂੰ ਧੋਂਦੇ ਰਹੇ ਤੇ ਵਰ੍ਹਿਆਂ ਦੀ ਪਿਆਰ ਅਗਨ ਠਾਰਦੇ ਰਹੇ। ਸਵੇਰੇ ਜਦ ਬੰਤਾ ਗੇਲੂ ਦੇ ਤੇ ਲਾਲ ਕੋਲ ਗਿਆ ਤਾਂ ਗੇਲੂ ਨੇ ਪੁੱਛਿਆ, ਚਾਚਾ ਰਾਤ ਕਿੱਥੇ ਸੀ? ਉਹ ਹੱਸ ਕੇ ਕਹਿਣ ਲੱਗਾ, ਓਏ ਤੇਰੀ ਚਾਚੀ ਲੈ ਗਈ ਸੀ ਰਾਤ। ਲਾਲ ਬੰਤੇ ਵੱਲ ਵੇਖ ਕੇ ਖਚਰਾ ਜਿਹਾ ਹਾਸਾ ਹੱਸ ਪਿਆ ਤੇ ਬੋਲਿਆ, ਸਿਆਣਿਆਂ ਨੇ ਸੱਚ ਕਿਹਾ ਕਿ ਬੰਦੇ ਨੂੰ ਤੀਵੀਂ ਦਾ ਤੇ ਕੁੱਤੇ ਨੂੰ ਹੱਡੀ ਦਾ ਜਦ ਸਵਾਦ ਪੈ ਜਾਏ ਫਿਰ ਹਟਦਾ ਨਹੀਂ, ਭਾਵੇਂ ਕੋਈ ਕੁਹਾੜੀਆਂ ਮਾਰੀ ਜਾਏ। ਬੰਤਾ ਗੰਭੀਰ ਹੋ ਗਿਆ ਸੀ। ਉਹਨੇ ਕਿਹਾ, ਨਹੀਂ ਲਾਲ, ਇੱਥੇ ਤੀਵੀਂ ਦੇ ਸਵਾਦ ਦੀ ਕੋਈ ਗੱਲ ਨਹੀਂ, ਇੱਥੇ ਤੀਵੀਂ ਆਦਮੀ ਦੇ ਪਿਆਰ ਦੀ ਗੱਲ ਹੈ ਤੇ ਉਹ ਹਾਲੇ ਤੱਕ ਵੀ ਮੈਨੂੰ ਆਪਣੇ ਪਤੀ ਵਾਂਗ ਹੀ ਉਡੀਕਦੀ ਰਹੀ ਹੈ। ਭਾਵੇਂ ਮੈਂ ਲੱਖ ਝੂਠ ਬੋਲਦਾ ਫਿਰਾਂ, ਪਰ ਭੁੱਲ ਮੈਂ ਵੀ ਉਹਨੂੰ ਨਹੀਂ ਸਕਿਆ।
ਤੇ ਹੋਰ ਤੀਵੀਆਂ ਦਾ ਇੱਥੇ ਕਿਹੜਾ ਘੱਟ ਹੈ। ਗੇਲੂ ਦੋਹਾਂ ਦੀਆਂ ਗੱਲਾਂ ਸੁਣ ਕੇ ਥੋੜਾ ਪਰਾਂ ਨੂੰ ਖਿਸਕ ਗਿਆ। ਉਹਨੂੰ ਅੱਜ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਇਹਨਾਂ ਬੁੜਿਆਂ ਨੇ ਆਪਣੀਆਂ ਜੜ੍ਹਾਂ ਇਸ ਧਰਤੀ 'ਚ ਕਿੰਨੀਆਂ ਡੂੰਘੀਆਂ ਗੱਡ ਲਈਆਂ। ਤੇ ਉਹਦੇ ਮਨ 'ਚ ਖਿਆਲ ਆਇਆ ਕਿ ਉਹਦੀ ਦਾਦੀ ਤੇ ਫਿਰ ਉਹਦੀ ਚਾਚੀ ਨੇ ਕਲਾਪੇ ਦਾ ਕਿੰਨਾ ਸੰਤਾਪ ਹੰਢਾਇਆ। ਦਾਦੀ ਤੇ ਚਾਚੀ ਨੂੰ ਯਾਦ ਕਰਦੇ ਹੀ ਉਹਨੂੰ ਆਪਣੀ ਪਤਨੀ ਕੰਮੋਂ ਤੇ ਬੱਚਿਆਂ ਦਾ ਖਿਆਲ ਆ ਗਿਆ। ਸੋਚਣ ਲੱਗਾ, ਮੈਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਰੁਲਣ ਦਿਆਂਗਾ, ਚਾਹੇ ਉਹਨਾਂ ਨੂੰ ਇੱਥੇ ਲੈ ਆਵਾਂਗਾ ਜਾਂ ਆਪ ਉਹਨਾਂ ਪਾਸ ਮੁੜ ਜਾਵਾਂਗਾ। ਫਿਰ ਇੱਕ ਦਿਨ ਗੇਲੂ ਨੂੰ ਜੱਗੂ ਨੇ ਦੱਸਿਆ ਕਿ ਭਰਾ, ਤੂੰ ਆਪਣੇ ਪਰਿਵਾਰ ਨੂੰ ਇੱਥੇ ਬੁਲਾ ਸਕਦਾ। ਅੱਜ ਪੇਪੇ ਅਖਬਾਰ 'ਚ ਆਇਆ ਕਿ ਜਿਹੜੇ ਬੰਦੇ ਫਲਾਣੀ ਤਰੀਕ ਤੱਕ ਇੱਥੇ ਪਹੁੰਚ ਗਏ ਹੈ ਉਹ ਦਫ਼ਤਰ ਆ ਕੇ ਆਪਣੇ ਪਾਸ ਦਿਖਾ ਲੈਣ ਤੇ ਆਪਣੇ ਬੱਚਿਆਂ ਨੂੰ ਇੱਥੇ ਸੱਦਣ ਲਈ ਫਾਰਮ ਭਰ ਕੇ ਦੇਣ। ਤੂੰ ਮੇਰੇ ਨਾਲ ਚੱਲ, ਆਪਾਂ ਅੱਜ ਹੀ ਫਾਰਮ ਭਰ ਕੇ ਦੇ ਆਉਂਦੇ ਹਾਂ। ਗੇਲੂ ਨੂੰ ਲੱਗਾ ਜਿਵੇਂ ਰੱਬ ਨੇ ਉਹਦੀ ਕੰਮੋਂ ਦੀਆਂ ਅਰਦਾਸਾਂ ਸੁਣ ਲਈਆਂ ਹੋਣ। ਜੱਗਾ ਤੇ ਗੇਲੂ ਤਿਆਰ ਹੋ ਕੇ ਗੇਲੂ ਦਾ ਪਾਸਪੋਰਟ ਨਾਲ ਲੈ ਕੇ ਇਮੀਗ੍ਰੇਸ਼ਨ ਦਫ਼ਤਰ ਪਹੁੰਚ ਗਏ। ਉੱਥੇ ਜਾ ਕੇ ਜਦੋਂ ਇੱਕ ਹਸਮੁਖ ਜਿਹੇ ਚਿਹਰੇ ਵਾਲੀ ਕੁੜੀ ਨੂੰ ਮਿਲੇ ਤਾਂ ਉਹਨੇ ਦੋਹਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਫਾਰਮ ਦੇ ਕੇ ਭਰਨਾ ਵੀ ਦੱਸ ਦਿੱਤਾ। ਫਿਰ ਭਰਿਆ ਫਾਰਮ ਆਪਣੇ ਕੋਲ ਰੱਖਦੀ ਹੋਈ ਨੇ ਗੇਲੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਤੁਸੀਂ ਆਪਣੇ ਪਰਿਵਾਰ ਤੋਂ ਬਹੁਤੀ ਦੇਰ ਵੱਖ ਨਹੀਂ ਰਹੋਗੇ। ਛੇਤੀ ਤੁਹਾਡਾ ਪਰਿਵਾਰ ਤੁਹਾਡੇ ਪਾਸ ਪਹੁੰਚ ਜਾਏਗਾ। ਤੁਸੀਂ ਉਹਨਾਂ ਨੂੰ ਸਾਰਾ ਕੁਝ ਚਿੱਠੀ 'ਚ ਲਿਖ ਦਿਓ ਕਿ ਉਹ ਦਿੱਲੀ 'ਚ ਜਾ ਕੇ ਸਾਡੇ ਦਫ਼ਤਰ 'ਚ ਆਪਣੇ ਕਾਗਜ਼ ਪੱਤਰ ਭਰ ਆਉਣ ਤੇ ਆਪਣੇ ਪਾਸਪੋਰਟ ਬਣਵਾ ਲੈਣ। ਗੇਲੂ ਦੀ ਤਾਂ ਜਿਵੇਂ ਦੁਨੀਆ ਹੀ ਬਦਲ ਗਈ। ਉਹਨੂੰ ਤੇ ਉਮੀਦ ਹੀ ਨਹੀਂ ਸੀ ਕਿ ਉਹ ਆਪਣੇ ਕੰਮੋਂ ਤੇ ਬੱਚਿਆਂ ਨੂੰ ਏਡੀ ਜਲਦੀ ਮਿਲ ਸਕੇਗਾ। ਉਸ ਲਈ ਇਹ ਇੱਕ ਅਥਾਹ ਖੁਸ਼ੀ ਵਾਲੀ ਗੱਲ ਸੀ ਤੇ ਇਸ ਖੁਸ਼ੀ 'ਚ ਉਹਨੇ ਦਫ਼ਤਰ ਦੇ ਨਾਲ ਬਣੇ ਪੱਬ ਵਿੱਚੋਂ ਹੀ ਪੀਣੀ ਸ਼ੁਰੂ ਕਰਤੀ। ਸ਼ਰਾਬੀ ਹੋ ਕੇ ਘਰ ਪਹੁੰਚਿਆ ਤੇ ਸ਼ਰਾਬੀ ਹੋਇਆ ਹੀ ਆ ਕੇ ਬੰਤੇ ਨੂੰ ਕਹਿਣ ਲੱਗਾ, ਚਾਚਾ ਤੂੰ ਵੀ ਚਾਚੀ ਨੂੰ ਮੰਗਵਾ ਲਾ, ਹੁਣ ਬੁੱਢੇ ਬਾਰੇ ਕਲਾਪਾ ਕੱਟਣਾ ਬੜਾ ਔਖਾ ਹੁੰਦਾ ਹੈ। ਬੰਤੇ ਦਾ ਮਾਨੋ ਕਿਸੇ ਨੇ ਅੰਗੂਰ ਆ ਰਿਹਾ ਜ਼ਖਮ ਛਿੱਲ ਦਿੱਤਾ ਹੋਵੇ। ਜਿਸ ਦਿਨ ਦਾ ਉਸਨੇ ਜੈਨੀ ਨੂੰ ਮੁੜ ਮਿਲਣਾ ਸ਼ੁਰੂ ਕੀਤਾ ਸੀ ਉਸ ਦਿਨ ਦਾ ਤਾਂ ਉਹ ਜਿਵੇਂ ਚੰਨੋ ਨੂੰ ਭੁੱਲ ਹੀ ਗਿਆ ਸੀ। ਕਈ ਵਾਰ ਵਰ੍ਹਿਆਂ ਦੀ ਧੂੜ ਬੀਤ ਗਏ ਉੱਤੇ ਇਸ ਤਰ੍ਹਾਂ ਜੰਮ ਜਾਂਦੀ ਹੈ ਕਿ ਲੱਕ ਧੋਣ ਨਾਲ ਵੀ ਰੋਮਾਂ 'ਚ ਫਸੀ ਮੈਲ ਨਹੀਂ ਨਿਕਲਦੀ। ਧੋਣ ਤੋਂ ਥੋੜੇ ਦਿਨਾਂ ਬਾਅਦ ਫਿਰ ਉਸੇ ਤਰ੍ਹਾਂ ਧੂੜ ਬੀਤ ਗਏ ਦੇ ਚਿਹਰੇ ਨੂੰ ਢੱਕ ਲੈਂਦੀ ਹੈ। ਬੰਤਾ ਦੁਬਿਧਾ ਦੇ ਥਪੇੜਿਆਂ ਨੇ ਮਧੋਲ ਸੁੱਟਿਆ ਸੀ। ਚੰਨੋ ਵੱਲ ਨਿਗਾਹ ਮਾਰਦਾ ਤਾਂ ਜੈਨੀ ਉਹਦੀਆਂ ਅੱਖਾਂ ਸਾਹਮਣੇ ਵਿਲਕਦੀ ਹੋਈ ਆ ਜਾਂਦੀ। ਜੈਨੀ ਬਾਰੇ ਸੋਚਦਾ ਤਾਂ ਚੰਨੋ ਦਾ ਜਵਾਨੀ 'ਚ ਡੁੱਲ ਪੈਂਦਾ ਰੂਪ ਉਹਦੇ ਮਨ ਤੇ ਛੁਰੀਆਂ ਫੇਰਨ ਲੱਗ ਪੈਂਦਾ। ਥੋੜੇ ਦਿਨਾਂ ਦੀਆਂ ਦੁਖਦਾਈ ਯਾਦਾਂ ਤੇ ਸੰਤਾਪ ਹੰਢਾਉਣ ਪਿੱਛੋਂ ਹੌਲੀ ਉਹਦਾ ਮਨ ਟਿਕਾ 'ਚ ਆਉਣ ਲੱਗਾ। ਕਈ ਦਿਨ ਉਹਦਾ ਕੰਮ ਕਰਨ ਨੂੰ ਦਿਲ ਨਾ ਕੀਤਾ। ਦੂਸਰੇ ਪਾਸੇ ਗੇਲੂ ਦੀ ਇਹ ਹਾਲਤ ਸੀ ਕਿ ਉਹਨੂੰ ਕੰਮ 'ਚ ਇੰਨੀ ਲਗਨ ਹੋ ਗਈ ਕਿ ਉਹਨੂੰ ਦਿਨ ਰਾਤ ਦੀ ਸੁੱਧ ਬੁੱਧੀ ਨਾ ਰਹਿਣੀ। ਪਤਾ ਨਹੀਂ ਉਹਦੇ ਮਨ ਤੇ ਕਿਹੜਾ ਭੂਤ ਸਵਾਰ ਹੋ ਗਿਆ ਸੀ। ਸ਼ਾਇਦ ਉਹ ਆਪਣੀ ਕੰਮੋਂ ਤੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਉਹਨਾਂ ਲਈ ਬਹੁਤ ਕੁਝ ਬਣਾ ਲੈਣਾ ਚਾਹੁੰਦਾ ਸੀ। ਇਸ ਤਰ੍ਹਾਂ ਦਿਨ ਰਾਤ ਕੰਮ ਕਰਦਿਆਂ ਸਮਾਂ ਬੀਤਦਾ ਗਿਆ। ਉਮਰ ਦੇ ਪਲ ਜ਼ਿੰਦਗੀ ਦੇ ਹੱਥਾਂ 'ਚੋਂ ਕਿਰਦੇ ਗਏ ਤੇ ਇੱਕ ਦਿਨ ਕੰਮੋਂ ਹੋਰਾਂ ਦੀ ਚਿੱਠੀ ਗੇਲੂ ਨੂੰ ਮਿਲੀ ਕਿ ਉਹ ਸਾਰਾ ਪਰਿਵਾਰ ਫਲਾਣੀ ਤਰੀਕ ਨੂੰ ਪਹੁੰਚ ਰਹੇ ਹਨ। ਗੇਲੂ ਲਈ ਇਹ ਦਿਨ ਵਰ੍ਹੇ ਜਿੱਡੇ ਲੰਬੇ ਹੋ ਗਏ। ਅੰਗ 16। ਉਡੀਕਦਿਆਂ ਅੰਤੋਂ ਦਿਨ ਆਈ ਗਿਆ ਜਦੋਂ ਗੇਲੂ ਦੀ ਕੰਮੋਂ ਤੇ ਉਹਦੇ ਦੋਵੇਂ ਮੁੰਡੇ ਦੇਬਾ ਤੇ ਤਾਰਾ ਹਵਾਈ ਜਹਾਜ਼ 'ਚ ਸਿਡਨੀ ਏਅਰਪੋਰਟ ਤੇ ਆਣ ਉਤਰੇ। ਕੰਮੋਂ ਨੂੰ ਸੱਜ ਵਿਆਹੀਆਂ ਵਾਂਗ ਰੂਪ ਚੜਿਆ ਸੀ। ਦੇਬਾ ਤੇ ਤਾਰਾ ਉਹਦੇ ਪੁੱਤਰ ਨਹੀਂ ਛੋਟੇ ਭਰਾ ਲੱਗਦੇ ਸੀ। ਏਅਰਪੋਰਟ ਤੇ ਉਹਨਾਂ ਨੂੰ ਲੈਣ ਬੰਤਾ, ਗੇਲੂ ਤੇ ਜੱਗਾ ਗਏ ਸੀ। ਜਦੋਂ ਹਵਾਈ ਅੱਡੇ ਤੋਂ ਬਾਹਰ ਆਏ ਤਾਂ ਦੋਹਾਂ ਮੁੰਡਿਆਂ ਨੇ ਤੇ ਕੰਮੋਂ ਨੇ ਬੰਤੇ ਦੇ ਪੈਰੀਂ ਹੱਥ ਲਾਇਆ ਤਾਂ ਬੰਤੇ ਨੂੰ ਲੱਗਿਆ ਉਹ ਸੱਚੀ ਮੁੱਚੀ ਬੁੱਢਾ ਹੋ ਗਿਆ। ਦੇਬੂ ਤੇ ਤਾਰੇ ਦੇ ਮੂੰਹੋਂ ਪਹਿਲੀ ਵਾਰ ਬਾਬਾ ਸ਼ਬਦ ਸੁਣ ਕੇ ਉਹਨੂੰ ਆਪਣੇ ਚਿਹਰੇ ਤੇ ਝੁਰੜੀਆਂ ਪੈ ਗਈਆਂ ਮਹਿਸੂਸ ਹੋਈਆਂ। ਉਮਰ ਦਾ ਸਫ਼ਰ ਇੱਕ ਐਸਾ ਸਫ਼ਰ ਹੈ, ਇੱਥੋਂ ਜਿਹੜਾ ਤੁਰ ਪੈਂਦਾ ਉੱਥੇ ਉਹ ਵਾਪਸ ਕਦੇ ਨਹੀਂ ਆ ਸਕਦਾ ਤੇ ਅਗਲੀਆਂ ਪੀੜ੍ਹੀਆਂ ਨੂੰ ਉਂਗਲੀ ਫੜ ਕੇ ਹੋਰ ਅੱਗੇ ਵੱਲ ਤੋਰੀ ਲਈ ਜਾਂਦੀਆਂ। ਬੜਾ ਲੰਬਾ ਸਫ਼ਰ ਤੈਅ ਕਰਕੇ ਪਰਿਵਾਰ ਆਪਣੇ ਟਿਕਾਣੇ ਤੇ ਆ ਪਹੁੰਚਿਆ। ਖੋ ਪੀਆ ਹੋ ਚੁੱਕਿਆ ਸੀ। ਜੱਗੂ ਘਰ ਆ ਕੇ ਇੱਕ ਬੀਅਰ ਪੀ ਕੇ ਹੀ ਮੁੜ ਗਿਆ ਸੀ ਕਿਉਂਕਿ ਉਹਨੂੰ ਜੂਲੀ ਉਡੀਕ ਰਹੀ ਸੀ। ਉਂਝ ਤੇ ਸਾਰੀਆਂ ਔਰਤਾਂ ਦੀ ਉਡੀਕ ਬੜੀ ਜ਼ਾਲਿਮ ਹੁੰਦੀ ਹੈ। ਗੋਰੀਆਂ ਦੀ ਉਡੀਕ ਦਾ ਸਾਹਮਣਾ ਕਰਨਾ ਜਣੇ ਖਣੇ ਦੇ ਵੱਸ ਦਾ ਰੋਗ ਨਹੀਂ। ਇਹ ਗੱਲ ਨਹੀਂ ਕਿ ਔਰਤਾਂ ਹਨੇਰੇ ਤੇ ਇਕੱਲ ਤੋਂ ਡਰਦੀਆਂ, ਉਹ ਤੇ ਡਰਦੀਆਂ ਹਨੇਰੇ ਦੀ ਇਕੱਲ 'ਚ ਮਰਦਾਂ ਦੀਆਂ ਅੱਖਾਂ 'ਚ ਪਰਾਏ ਸੁਪਨਿਆਂ 'ਚ ਸਮਾ ਜਾਣ ਤੋਂ। ਉਹਨਾਂ ਮਰਦਾਂ ਦੇ ਇਸ ਗੁਆਚ ਜਾਣ ਦੇ ਡਰ ਨਹੀਂ, ਸ਼ਾਇਦ ਉਹਨੂੰ ਵਹਿਮਣ ਬਣਾ ਦਿੱਤਾ। ਕੰਮੋਂ ਨੇ ਆ ਕੇ ਸਾਰਿਆਂ ਲਈ ਰੋਟੀ ਬਣਾਈ। ਫਿਰ ਨਹਾ ਧੋ ਕੇ ਸਾਰਿਆਂ ਨੇ ਇਕੱਠਿਆਂ ਰੋਟੀ ਖਾਧੀ।
ਵਰ੍ਹਿਆਂ ਬਾਅਦ ਬੰਤੇ ਨੇ ਤਾਜ਼ੇ ਗਰਮ ਫੁਲਕੇ ਖਾਣ ਦਾ ਆਨੰਦ ਮਾਣਿਆ ਤੇ ਫਿਰ ਉਹ ਦੇਬੂ ਤੇ ਤਾਰੇ ਨੂੰ ਨਾਲ ਲੈ ਕੇ ਆਪਣੇ ਕਮਰੇ 'ਚ ਸੌਂ ਗਿਆ। ਗੇਲੂ ਤੇ ਕੰਮੋਂ ਲਈ ਜਿਵੇਂ ਅੱਜ ਇਹ ਦੂਸਰੀ ਵਾਰ ਮੁਕਲਾਵੇ ਵਾਲੀ ਰਾਤ ਹੋਵੇ। ਅਗਲੇ ਦਿਨ ਜਿਵੇਂ ਸੂਰਜ ਤਰੇਲ 'ਚ ਨਹਾ ਕੇ ਨਿਕਲਿਆ ਹੋਵੇ ਤੇ ਇਸ ਨਵੇਂ ਪਰਿਵਾਰ ਨੂੰ ਨਵੀਂ ਧਰਤੀ ਤੇ ਜੀ ਆਇਆਂ ਆਖ ਰਿਹਾ ਹੋਵੇ। ਕੰਮੋਂ ਨੇ ਗੇਲੂ ਤੇ ਦੋਵਾਂ ਦੀ ਮਦਦ ਨਾਲ ਸਾਰੇ ਘਰ ਦਾ ਸਮਾਨ ਬਾਹਰ ਕੱਢ ਕੇ ਰੱਖ ਦਿੱਤਾ। ਵਰ੍ਹਿਆਂ ਦੇ ਉੱਲੀ ਲੱਗੇ ਖੂੰਜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ। ਖੂੰਜਿਆਂ 'ਚ ਜਰਮ ਨਾਸ਼ਕ ਦਵਾਈਆਂ ਦਾ ਸਪਰੇਅ ਕੀਤਾ। ਕੰਮ ਵਾਲੇ ਕੱਪੜਿਆਂ ਦਾ ਢੇਰ ਵੱਖਰਾ ਲਾਤਾ, ਦੂਜੇ ਕੱਪੜੇ ਵੱਖਰੇ ਕਰਕੇ ਰੱਖ ਦਿੱਤੇ। ਜਦੋਂ ਭਾਂਡਿਆਂ ਵੱਲ ਹੋਈ ਤਾਂ ਉਹਨੇ ਵੇਖਿਆ ਕਿ ਸਿਲਵਰ ਦੇ ਕਈ ਪਤੀਲਿਆਂ ਤੇ ਉੱਲੀ ਤੇ ਮੈਲ ਇਸ ਤਰ੍ਹਾਂ ਜੰਮੀ ਸੀ ਜਿਵੇਂ ਵਰ੍ਹਿਆਂ ਤੋਂ ਇਹਨਾਂ ਨੂੰ ਕਿਸੇ ਨੇ ਧੋਣ ਦਾ ਯਤਨ ਹੀ ਨਾ ਕੀਤਾ ਹੋਵੇ। ਸਾਰਿਆਂ ਨੂੰ ਚਾਹ ਵੇਲਾ ਖਵਾ ਕੇ ਉਹ ਭਾਂਡਿਆਂ ਦੀ ਜੂਨ ਸੁਧਾਰਨ 'ਚ ਜੁਟ ਗਈ। ਦੁਪਹਿਰ ਤੱਕ ਉਹਨੇ ਰਸੋਈ ਦਾ ਹੁਲੀਆ ਹੀ ਬਦਲ ਦਿੱਤਾ। ਅੱਜ ਬੰਤੇ ਹੋਰਾਂ ਨੂੰ ਰਸੋਈ ਤੇ ਘਰ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਘਰ ਸੱਚੀ ਮੁੱਚੀ ਔਰਤਾਂ ਨਾਲ ਹੀ ਹੁੰਦੇ ਹਨ। ਦੁਪਹਿਰ ਨੂੰ ਵਧੀਆ ਦਾਲ ਤੇ ਗਰਮ ਤਾਜ਼ੇ ਫੁਲਕਿਆਂ ਨਾਲ ਰੋਟੀ ਦਾ ਜਿਵੇਂ ਬੰਤੇ ਨੂੰ ਵੱਖਰਾ ਹੀ ਸਵਾਦ ਤੇ ਆਨੰਦ ਆ ਰਿਹਾ ਹੋਵੇ। ਰੋਟੀ ਖਾਂਦਾ ਉਹ ਅਚਾਨਕ ਚੰਨੋ ਕੋਲ ਪਹੁੰਚ ਗਿਆ ਤੇ ਸੋਚਣ ਲੱਗਾ, ਜੇ ਚੰਨੋ ਆ ਜਾਏ ਤਾਂ ਚਲੋ ਜਵਾਨੀ ਤਾਂ ਨਹੀਂ, ਬੁਢਾਪਾ ਹੀ ਆਰਾਮ ਨਾਲ ਆਨੰਦਮਈ ਲੰਘ ਜਾਏਗਾ। ਉਹਦੀਆਂ ਅੱਖਾਂ ਸਾਹਵੇਂ ਤਾਂ ਚੰਨੋ ਹਾਲੀ ਜਵਾਨ ਹੀ ਦਿਸਦੀ ਸੀ, ਕਿਉਂਕਿ ਉਹਨੂੰ ਤਾਂ ਇਹ ਜਵਾਨੀ ਵਿੱਚ ਹੀ ਛੱਡ ਕੇ ਆ ਗਿਆ ਸੀ। ਉਹਦੇ ਬੁਢਾਪੇ ਦੀ ਸ਼ਕਲ ਦੀ ਕਲਪਨਾ ਤਾਂ ਉਸ ਲਈ ਕਰਨੀ ਬੜੀ ਔਖੀ ਸੀ। ਮਨੁੱਖੀ ਮਨ ਵੀ ਕਿਹੋ ਜਿਹੀ ਚੀਜ਼ ਹੈ, ਜਿਸ ਚੀਜ਼ ਨੂੰ, ਜਿਸ ਥਾਂ ਨੂੰ, ਜਿਸ ਸ਼ਕਲ ਵਿੱਚ ਵੀ ਛੱਡ ਕੇ ਜਾਂਦਾ ਹੈ, ਕਈ ਵਰ੍ਹੇ ਬੀਤ ਜਾਣ ਬਾਅਦ ਵੀ ਉਹਦੇ ਮਨ ਦੀ ਕੈਨਵਸ ਤੇ ਉਸੇ ਰੂਪ 'ਚ ਉਕਰੀ ਪਈ ਰਹਿੰਦੀ ਹੈ। ਉਹ ਸੋਚਦਾ ਹੀ ਨਹੀਂ ਕਿ ਥਾਵਾਂ ਤੇ ਮਨੁੱਖਾਂ ਦੀਆਂ ਸ਼ਕਲਾਂ ਸਮੇਂ ਦੇ ਹੱਥ ਹੌਲੀ ਬਦਲਦੇ ਰਹਿੰਦੇ ਹਨ। ਇਹੀ ਦੁਖਾਂਤ ਸੀ ਬੰਤੇ ਦੇ ਮਨ ਦਾ ਕਿ ਭਾਵੇਂ ਉਹਨੂੰ ਗੇਲੂ ਤੇ ਕੰਮੋ ਨੇ ਦੱਸਿਆ ਸੀ ਕਿ ਆਪਣੇ ਪਿੰਡ ਕੋਲ ਦੀ ਲੰਘਦੀ ਕੱਚੀ ਸੜਕ ਹੁਣ ਪੱਕੀ ਹੋ ਗਈ ਹੈ। ਉਸ ਉੱਤੇ ਹੁਣ ਟਾਂਗੇ ਘੱਟ ਤੇ ਬੱਸਾਂ ਬਹੁਤੀਆਂ ਚੱਲਦੀਆਂ। ਲੋਕ ਨਵੇਂ ਸ਼ਹਿਰ ਤੋਂ ਜਲੰਧਰ ਨੂੰ ਹੁਣ ਗੱਡੀ ਤੇ ਨਹੀਂ, ਬੱਸਾਂ ਰਾਹੀਂ ਸਫ਼ਰ ਕਰਦੇ ਹੈ। ਬੱਸਾਂ ਵੀ ਹੁਣ ਅੱਗੇ ਵਾਂਗ ਕੋਲੇ ਨਾਲ ਨਹੀਂ, ਤੇਲ ਨਾਲ ਚੱਲਦੀਆਂ ਤੇ ਚੰਨੋ ਚਾਚੀ ਦੇ ਵੀ ਧੌਲੇ ਆ ਗਏ ਆ, ਪਰ ਉਹਦੇ ਮਨ ਦੇ ਕੈਨਵਸ ਉੱਤੇ ਉਕਰੀ ਪਹਿਲੀ ਤਸਵੀਰ ਉਵੇਂ ਦੀ ਉਵੇਂ ਬਣੀ ਰਹਿੰਦੀ ਹੈ। ਉਹਦੇ ਕਈ ਹਾਣੀਆਂ ਦੇ ਪੁੱਤ ਪੋਤੇ ਵਲਾਇਤ ਅਮਰੀਕਾ ਤੇ ਕੈਨੇਡਾ ਚਲੇ ਗਏ ਹੈ, ਜਿਨ੍ਹਾਂ ਨੇ ਪੈਸੇ ਭੇਜ ਕੱਚੇ ਕੋਠਿਆਂ ਦੀ ਔਧ ਪੁਗਾ ਦਿੱਤੀ ਹੈ। ਹੁਣ ਤਾਂ ਪਿੰਡ 'ਚ ਵਿਰਲਾ ਘਰ ਹੀ ਕੱਚਾ ਹੈ। ਗਲੀਆਂ ਪੱਕੀਆਂ ਹੋ ਗਈਆਂ, ਪਿੰਡ 'ਚ ਸਕੂਲ ਖੁੱਲ੍ਹ ਗਿਆ, ਸ਼ਹੀਦਾਂ ਦੀਆਂ ਸਮਾਧਾਂ ਤੇ ਬੜਾ ਵੱਡਾ ਤੇ ਵਧੀਆ ਗੁਰਦੁਆਰਾ ਬਣ ਗਿਆ। ਹਲਟਾਂ ਤੇ ਚਰਸਾਂ ਦੀ ਥਾਂ ਇੰਜਣ ਲੱਗ ਗਏ ਹੈ। ਦੇਸੀ ਕਮਾਦਾਂ ਦੀ ਥਾਂ ਫਾਰਮੀ ਕਮਾਦ ਤੇ ਦੇਸੀ ਕਣਕਾਂ ਦੀ ਥਾਂ ਕਣਕਾਂ ਦੇ ਕਈ ਨਵੇਂ ਬੀਜ ਆ ਗਏ ਹੈ। ਇੱਕ ਦੋ ਘਰਾਂ ਨੇ ਤਾਂ ਵਲਾਇਤ ਤੋਂ ਟਰੈਕਟਰ ਵੀ ਮੰਗਵਾ ਲਏ ਹੈ। ਪਿੰਡਾਂ 'ਚ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਹਨ, ਜਿਵੇਂ MLA ਦੀਆਂ ਹੁੰਦੀਆਂ। ਆਪਣੀ ਰਾਜਧਾਨੀ ਦਾ ਸ਼ਹਿਰ ਲਾਹੌਰ ਹੁਣ ਪਾਕਿਸਤਾਨ 'ਚ ਚਲਾ ਗਿਆ। ਬੰਤੇ ਨੇ ਇੱਕਦਮ ਪੁੱਛਿਆ, ਤੇ ਨਨਕਾਣਾ ਸਾਹਿਬ? ਜਦੋਂ ਦੇਵ ਨੇ ਦੱਸਿਆ ਕਿ ਉਹ ਵੀ ਤੇ ਪੰਜਾ ਸਾਹਿਬ ਵੀ ਪਾਕਿਸਤਾਨ 'ਚ ਚਲੇ ਗਏ ਹੈ, ਬੰਤੇ ਦਾ ਹੌਕਾ ਜਿਹਾ ਨਿਕਲ ਗਿਆ, ਜਿਵੇਂ ਉਹ ਆਪਣੇ ਦੇਸ਼ ਦੀਆਂ ਜੜ੍ਹਾਂ ਨਾਲੋਂ ਹੀ ਟੁੱਟ ਗਿਆ ਹੋਵੇ ਤੇ ਉਹਦੇ ਧਰਮ ਦੀਆਂ ਜੜ੍ਹਾਂ ਵੀ ਇਸੇ ਪਰਾਈ ਧਰਤੀ 'ਚ ਜਾ ਲੱਗੀਆਂ ਹੋਣ। ਮਨੁੱਖੀ ਮਨ ਦੇਸ਼ ਨਾਲੋਂ ਟੁੱਟਣ ਦਾ ਸੰਤਾਪ ਤਾਂ ਜਿਵੇਂ ਕਿਵੇਂ ਭੋਗ ਲੈਂਦਾ, ਪਰ ਧਰਮ ਨਾਲੋਂ ਟੁੱਟਣ ਦਾ ਸੰਤਾਪ ਉਸ ਲਈ ਝੱਲਣਾ ਔਖਾ ਹੋ ਜਾਂਦਾ ਹੈ। ਰੋਪੜ ਤੋਂ ਥੋੜ੍ਹੀ ਦੂਰ ਅਗਾਂਹ ਪਹਾੜਾਂ ਦੀ ਕੁੱਖ 'ਚ ਬਣਿਆ ਸ਼ਹਿਰ ਚੰਡੀਗੜ੍ਹ ਹੈ। ਜਦ ਗੇਲੂ ਕਹਿੰਦਾ ਵੀ ਚਾਚਾ ਕਿਆ ਬਾਤਾਂ ਚੰਡੀਗੜ੍ਹ ਦੀਆਂ, ਰਾਤ ਨੂੰ ਬਿਜਲੀ ਦੀਆਂ ਟੂਬਾਂ ਦੀ ਲੋ ਨਾਲ ਸੜਕ ਤੇ ਤੁਰੀ ਜਾਂਦੀ ਕੀੜੀ ਦਿਸਦੀ ਹੈ। ਕਹਿੰਦੇ ਆ ਬੜਾ ਪੈਸਾ ਖਰਚਿਆ ਪ੍ਰਤਾਪ ਸਿੰਘ ਕੈਰੋਂ ਨੇ ਇਸ ਸ਼ਹਿਰ ਤੇ। ਉੱਦਾਂ ਤਾਂ ਹੁਣ ਆਪਣੇ ਪਿੰਡ ਦੇ ਨਾਲੋਂ ਵੱਡੀ ਨਹਿਰ ਵੀ ਲੰਘਦੀ ਹੈ। ਹੁਣ ਲੋਕ ਜਵਾਰਾਂ ਘੱਟ ਤੇ ਮੁੰਜੀਆਂ ਬਹੁਤ ਲਾਉਣ ਲੱਗ ਪਏ ਹੈ। ਆਪਣੇ ਖਾਣ ਲਈ ਤਾਂ ਕਨਾਲ 2 ਕਨਾਲ ਬਾਸਮਤੀ ਨਹੀਂ ਮੁੱਕਦੀ, ਪਰ ਮੱਡੂ ਝੋਨਾ ਸਾਰੇ ਹੀ ਯੂਪੀ ਵੱਲ ਭਈਆਂ ਦੇ ਖਾਣ ਲਈ ਬਾਹਰ ਚਲਾ ਜਾਂਦਾ ਹੈ। ਜਦੋਂ ਦੇਵ ਕਹਿੰਦਾ ਬਾਬਾ ਉਸ ਝੋਨੇ ਦੀ ਓਨੀ ਪਰਾਲੀ ਨਹੀਂ ਹੁੰਦੀ ਜਿੰਨੇ ਦਾਣੇ ਹੋ ਜਾਂਦੇ ਆ, ਕਲਿਆਣ ਕਣਕ ਦੇ ਤਾਂ ਤੂੜੀ ਨਾਲੋਂ ਜ਼ਿਆਦਾ ਦਾਣੇ ਹੋ ਜਾਂਦੇ ਆ, ਤਾਂ ਬੰਤਾ ਸੋਚਦਾ ਇਹ ਸਾਰੇ ਕਿਸ ਦੇਸ਼ ਦੀਆਂ ਗੱਲਾਂ ਕਰਦੇ ਆ। ਉਹਨਾਂ ਦੀਆਂ ਗੱਲਾਂ ਸੁਣ ਕੇ ਬੇਵਿਸ਼ਵਾਸੀ ਜਿਹੀ ਨਾਲ ਮੁਸਕਰਾ ਪੈਂਦਾ। ਹੁਣ ਬੰਤੇ ਤੇ ਗੇਲੂ ਦੇ ਨਾਲ ਦੇ ਆਏ ਬਹੁਤ ਸਾਰੇ ਬੰਦਿਆਂ ਦੇ ਪਰਿਵਾਰ ਆ ਚੁੱਕੇ ਹਨ ਤੇ ਆ ਰਹੇ ਸਨ। ਬੰਤੇ ਨੂੰ ਗੇਲੂ ਤੇ ਕੰਮੋਂ ਚੰਨੋ ਨੂੰ ਮੰਗਵਾਉਣ ਲਈ ਬੜਾ ਜ਼ੋਰ ਲਾਉਂਦੇ ਸਨ। ਉਹ ਚੰਨੋ ਨੂੰ ਮੰਗਵਾਉਣ ਦਾ ਮਨ ਵੀ ਬਣਾ ਲੈਂਦਾ। ਚੰਨੋ ਦੀ ਯਾਦ 'ਚ ਉਦਾਸ ਹੋ ਜਾਂਦਾ ਹੈ। ਉਸ ਉਦਾਸੀ ਨੂੰ ਦੂਰ ਕਰਨ ਲਈ ਉਹਨੂੰ ਜੈਨੀ ਦੇ ਸਾਥ ਦੀ ਲੋੜ ਮਹਿਸੂਸ ਹੁੰਦੀ ਹੈ। ਕੁਝ ਚਿਰ ਲਈ ਭੋਗਿਆ ਜੈਨੀ ਦਾ ਸਾਥ ਉਹਦੇ ਮਨ 'ਚੋਂ ਚੰਨੋ ਨੂੰ ਸੱਦਣ ਦੀ ਰੀਝ ਉਹਦੇ ਮਨ 'ਚ ਹੀ ਦਮ ਤੋੜ ਕੇ ਰਹਿ ਜਾਂਦੀ ਹੈ। ਫਿਰ ਉਹ ਕਿੰਨਾ ਚਿਰ ਚੰਨੋ ਨੂੰ ਮੰਗਵਾਉਣਾ ਤਾਂ ਕੀ, ਉਹਨੂੰ ਯਾਦ ਵੀ ਨਾ ਕਰਦਾ।
ਔਰਤ ਵੀ ਕੀ ਚੀਜ਼ ਹੈ ਜਿਹਦੇ ਮੇਲ ਨਾਲ ਮਰਦ ਦੇ ਮਨ 'ਚ ਉਪਜੀ ਔਰਤ ਦੇ ਮੇਲ ਦੀ ਤੜਪ ਦੂਜੀ ਔਰਤ ਦੇ ਮਿਲਾਪ ਦੇ ਕੁਝ ਛਿਨਾਂ ਦੀ ਕਬਰ 'ਚ ਦਫਨ ਹੋ ਜਾਂਦੀ ਹੈ ਤੇ ਔਰਤ ਜਿਸ ਕੋਲੋਂ ਕਿਸੇ ਸਮੇਂ ਉੱਡ ਕੇ ਪਹੁੰਚ ਜਾਣਾ ਲੋਚਦਾ ਹੈ ਉਹਦੀ ਯਾਦ ਤੱਕ ਵੀ ਉਹਨੂੰ ਭੁੱਲ ਜਾਂਦੀ ਹੈ ਤੇ ਇਹ ਪ੍ਰਾਪਤੀ ਤੇ ਤ੍ਰਿਪਤੀ ਦੇ ਮੇਲ ਲਈ ਤੜਪ ਦਾ ਚੱਕਰ ਮਨੁੱਖੀ ਮਨ 'ਚ ਘੁੰਮਦਾ ਰਹਿੰਦਾ ਹੈ। ਇਹਨਾਂ ਦਿਨਾਂ 'ਚ ਕੁਝ ਪੰਜਾਬੀ ਮੁੰਡੇ ਬੰਤੇ ਹੋਰਾਂ ਪਾਸ ਕੰਮ ਲੱਭਦੇ ਲੱਭਦੇ ਪਹੁੰਚ ਗਏ। ਉਹਨਾਂ ਨੇ ਦੱਸਿਆ ਉਹਨਾਂ ਵਿੱਚੋਂ ਕੁਝ ਤਾਂ ਗਰੀਸ ਤੇ ਇਟਲੀ ਮੁਲਕਾਂ 'ਚੋਂ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਆਏ ਹੈ। ਕੁਝ ਸ਼ਿਪਾਂ ਵਿੱਚੋਂ ਭੱਜਣ ਵਾਲੇ ਆਪਣੇ ਆਪ ਨੂੰ ਗੱਡੇ ਤੋਂ ਭੱਜ ਕੇ ਆਏ ਹੋਏ ਕਹਿੰਦੇ ਸੀ। ਉਹਨਾਂ ਨੂੰ ਡਰ ਸੀ ਕਿਧਰੇ ਕੋਈ ਗੋਰਾ ਸ਼ਿਪ ਸ਼ਬਦ ਤੋਂ ਹੀ ਉਹਨਾਂ ਦੇ ਸ਼ਿਪ ਤੋਂ ਭੱਜੇ ਹੋਣ ਦਾ ਅਨੁਮਾਨ ਨਾ ਲਾ ਲਵੇ। ਉਹ ਸਾਰੇ ਕੱਚੇ ਇਲੀਗਲ ਸਨ ਪਰ ਉਹ ਆਪਣੇ ਆਪ ਨੂੰ ਫੌਜੀ ਕਹਾਉਂਦੇ ਸਨ। ਉਹਨਾਂ ਦੀ ਅੱਖ ਕਾਂ ਵਾਂਗ ਹਰ ਵੇਲੇ ਕਿਸੇ ਉੱਪਰੀ ਕਾਰ ਜਾਂ ਉੱਪਰੇ ਬੰਦੇ ਨੂੰ ਤਾੜਦੀ ਰਹਿੰਦੀ। ਫਿਰ ਇੱਕ ਦਿਨ ਕੁਝ ਹੋਰ ਨਵੇਂ ਮੁੰਡੇ ਉਹਨਾਂ ਕੋਲ ਪਹੁੰਚ ਗਏ ਜਿਨ੍ਹਾਂ 'ਚ ਇੱਕ ਪਤਲੇ ਜਿਹੇ ਚੁਸਤ ਮੁੰਡੇ ਨੂੰ ਗੇਲੂ ਦੇਬੂ ਤੇ ਤਾਰੇ ਨੇ ਝੱਟ ਸਿਆਣ ਲਿਆ ਤੇ ਜੱਫੀ ਪਾ ਲਈ। ਉਹਨੇ ਕੰਮੋਂ ਦੀ ਪੈਰੀ ਹੱਥ ਲਾ ਕੇ ਕਿਹਾ, ਮਾਮੀ ਮੱਥਾ ਟੇਕਦਾ। ਬੰਤੇ ਨੂੰ ਇਹ ਸਮਝਣ 'ਚ ਦੇਰ ਨਾ ਲੱਗੀ ਕਿ ਉਹਦੇ ਤੇ ਚੰਨੋ ਦੇ ਜਿਗਰ ਦੇ ਟੁਕੜੇ ਉਹਨਾਂ ਦੀ ਧੀ ਤਾਰੋ ਦਾ ਮੁੰਡਾ ਕਰਮਾ ਹੈ। ਜਦੋਂ ਗੇਲੂ ਤੇ ਕਰਮੇ ਨੂੰ ਇਹ ਦੱਸਿਆ ਕਿ ਇਹ ਤੇਰਾ ਨਾਨਾ ਹੈ ਤਾਂ ਦੋਵਾਂ ਦੀਆਂ ਅੱਖਾਂ ਕੋਲੋਂ ਹੰਝੂ ਡੱਕੇ ਨਾ ਗਏ। ਕੰਮੋਂ, ਗੇਲੂ, ਦੇਬੂ ਤੇ ਤਾਰੇ ਦੀਆਂ ਅੱਖਾਂ ਵੀ ਬਦੋ-ਬਦੀ ਬੇਕਾਬੂ ਹੋ ਗਈਆਂ। ਇਹ ਕਿਸ ਤਰ੍ਹਾਂ ਦਾ ਮੇਲ ਸੀ ਜਿਹੜਾ ਇੱਕ ਪੀੜ੍ਹੀ ਦਾ ਛੜੱਪਾ ਮਾਰ ਕੇ ਟੱਪ ਕੇ ਤੀਜੀ ਪੀੜ੍ਹੀ ਦਾ ਪਹਿਲੀ ਪੀੜ੍ਹੀ ਨਾਲ ਹੋਇਆ ਸੀ। ਬੰਤੇ ਨੂੰ ਲੱਗਿਆ ਕਿ ਅੱਜ ਉਹਦੇ ਕੋਲ ਕਰਮਾ ਨਹੀਂ, ਚੰਨੋ ਤੇ ਤਾਰੋ ਦੋਵੇਂ ਪਹੁੰਚ ਗਈਆਂ ਤੇ ਉਸ ਦਿਨ ਉਹਨਾਂ ਨੇ ਖੁਸ਼ੀ 'ਚ ਕੁਝ ਲੋੜ ਤੋਂ ਬਹੁਤੀ ਪੀ ਲਈ। ਕਰਮੇ ਨੇ ਉਹਨਾਂ ਨੂੰ ਇਹ ਦੱਸਿਆ ਕਿ ਉਹਦਾ ਪਾਸਪੋਰਟ ਸ਼ਿਪ ਦੇ ਕਪਤਾਨ ਪਾਸ ਹੀ ਰਹਿ ਗਿਆ। ਜਦੋਂ ਉਹਨਾਂ ਦਾ ਸ਼ਿਪ ਆਸਟ੍ਰੇਲੀਆ ਦੀ ਉਸ ਬੰਦਰਗਾਹ ਤੋਂ ਤੁਰਨਾ ਹੈ ਜਿੱਥੋਂ ਉਹ ਭੱਜੇ ਹਨ ਤਾਂ ਕੈਪਟਨ ਨੇ ਭੱਜੇ ਮੁੰਡਿਆਂ ਦੇ ਪਾਸਪੋਰਟ, ਫੋਟੋਆਂ ਤੇ ਟਿਕਟਾਂ ਆਦਿ ਇੱਥੋਂ ਦੀ ਇਮੀਗ੍ਰੇਸ਼ਨ ਨੂੰ ਦੇ ਦਿੱਤੀਆਂ ਹੋਣੀਆਂ। ਇਸ ਲਈ ਉਹਨਾਂ ਦਾ ਪੂਰਾ ਰਿਕਾਰਡ ਹੁਣ ਇੱਥੋਂ ਦੀ ਇਮੀਗ੍ਰੇਸ਼ਨ ਦੇ ਪਾਸ ਪਿਆ। ਸਮਾਂ ਬੀਤਦਾ ਗਿਆ। ਬੰਤੇ ਤੇ ਗੇਲੂ ਲਈ ਹੁਣ ਆਪ ਕੰਮ ਕਰਨ ਦੇ ਨਾਲ ਨਾਲ ਇਹਨਾਂ ਫੌਜੀਆਂ ਲਈ ਕੰਮ ਲੱਭਣਾ ਤੇ ਇਹਨਾਂ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਕੰਮ ਸੀ। ਉਹ ਇਹਨਾਂ ਨੂੰ ਇਸ ਤਰ੍ਹਾਂ ਲੁਕੋ ਕੇ ਸਾਂਭ ਕੇ ਰੱਖਦੇ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਇੱਲ ਤੋਂ ਬਚਾ ਕੇ ਰੱਖਦੀ ਹੈ। ਤੇ ਉਹ ਨੌਜਵਾਨ ਜਿਹੜੇ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਆਰਥਿਕ ਤੰਗੀਆਂ ਦੇ ਮਾਰੇ ਆਪਣੇ ਮਾਂ-ਪਿਓ, ਭੈਣ-ਭਰਾ, ਔਰਤਾਂ ਤੇ ਬੱਚਿਆਂ ਤੋਂ ਵਿਛੜ ਕੇ ਇਹ ਸੰਤਾਪ ਭੋਗ ਰਹੇ ਸਨ। ਬੰਤਾ ਸਮਝਦਾ ਇਹਨਾਂ ਦੀ ਮਦਦ ਕਰਨੀ ਤੇ ਇਹਨਾਂ ਨੂੰ ਸਾਂਭਣਾ ਉਹਦਾ ਧਰਮ ਹੈ ਤੇ ਕਈ ਵਾਰ ਉਹਦਾ ਮਨ ਇਹ ਵੀ ਸੋਚਣ ਲੱਗਦਾ ਕਿ ਮੁੰਡੇ ਵੱਧ ਤੋਂ ਵੱਧ ਪੈਸਾ ਕਮਾ ਕੇ ਆਪਣੇ ਬਜ਼ੁਰਗਾਂ ਦੇ ਮੋਢਿਆਂ ਤੋਂ ਆਰਥਿਕ ਗੁਲਾਮੀ ਦਾ ਜੂਲਾ ਛੇਤੀ ਤੋਂ ਛੇਤੀ ਲਾਹ ਸੁੱਟਣ। ਉਹਨਾਂ ਦੇ ਨਾਲ ਕੰਮ ਕਰਦਾ ਆਪਣੇ ਆਪ ਨੂੰ ਉਹਨਾਂ ਵਰਗਾ ਹੀ ਮੁੰਡਾ ਖੁੰਡਾ ਸਮਝਣ ਲੱਗ ਪੈਂਦਾ। ਉਹਨਾਂ ਨੂੰ ਹੱਲਾਸ਼ੇਰੀ ਦਿੰਦਾ, ਕਹਿੰਦਾ, ਓਏ ਜੰਗ ਫਲਿਓ, ਕੰਮ ਦੀਆਂ ਧੂੜਾਂ ਪੁੱਟ ਸੁੱਟੋ। ਇਹ ਸਾਲੇ ਗੋਰੇ ਕੀ ਸਮਝਣਗੇ ਕਿ ਇਹਨਾਂ ਨਾਲ ਵਾਹ ਪਿਆ। ਦੁੱਖ ਤੋੜ ਦਿਆਂਗੇ। ਪੈਸੇ ਭੇਜ ਭੇਜ ਕੇ ਪਿੱਛੇ ਨੂੰ ਉਹਨਾਂ ਸਾਰਿਆਂ ਨੇ ਆਪਣੇ ਫਰਜ਼ੀ ਨਾਂ ਰੱਖ ਲਏ ਹੋਏ ਸਨ। ਸੋ ਜੇ ਕਿਸੇ ਦੇ ਘਰੋਂ ਪੈਸਿਆਂ ਲਈ ਚਿੱਠੀ ਆ ਜਾਂਦੀ ਤਾਂ ਸਾਰੇ ਜਣੇ ਇਕੱਠੇ ਕਰਕੇ ਜਿੰਨੇ ਵੀ ਘਰਦਿਆਂ ਨੇ ਪੈਸੇ ਮੰਗੇ ਹੁੰਦੇ ਭੇਜ ਦਿੰਦੇ। ਬੰਤਾ ਉਹਨਾਂ ਦੀ ਏਕਤਾ ਤੇ ਇੱਕ ਦੂਜੇ ਪ੍ਰਤੀ ਕੁਰਬਾਨੀ ਦੀ ਭਾਵਨਾ ਤੋਂ ਬੜਾ ਖੁਸ਼ ਹੁੰਦਾ ਤੇ ਉਹ ਭਾਵੁਕ ਹੋਇਆ ਕਈ ਵਾਰ ਇਹ ਵੀ ਕਹਿ ਦਿੰਦਾ, ਉਹ ਜੰਗ ਫਲਿਓ, ਤੰਗ ਨਾ ਹੋਇਓ, ਹੋਰ ਪੈਸੇ ਦੀ ਲੋੜ ਹੋਈ ਤਾਂ ਮੈਨੂੰ ਦੱਸਿਓ। ਤੇ ਮੁੰਡੇ ਇਹ ਗੱਲ ਕਹਿ ਕੇ ਉਹਦਾ ਮਾਣ ਵਧਾ ਦਿੰਦੇ, ਬਾਪੂ ਹੋਰ ਇੱਥੇ ਸਾਡਾ ਕੌਣ ਆ ਤੇਰੇ ਤੋਂ ਬਿਨਾਂ, ਤੈਨੂੰ ਹੀ ਦੱਸਣੀ ਆ ਅਸੀਂ ਆਪਣੀ ਖੁਸ਼ੀ ਜਾਂ ਗਮੀ। ਤੇ ਬੰਤੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਸਾਰੇ ਸੱਚੀ ਮੁੱਚੀ ਉਹਦੇ ਪੋਤੇ ਹੋਣ। ਤੇ ਫਿਰ ਇੱਕ ਦਿਨ ਜੱਗੂ ਅਖਬਾਰ ਲੈ ਕੇ ਖੁਸ਼ੀ 'ਚ ਹਾਲੋਂ ਬੇਹਾਲ ਹੋਇਆ ਫਾਰਮਾਂ ਵਿੱਚ ਤੇ ਉਹਨਾਂ ਦੀ ਬੈਰਕਾਂ 'ਚ ਆ ਕੇ ਦੱਸਣ ਲੱਗਾ ਕਿ ਤੁਸੀਂ ਸਾਰੇ ਪੱਕੇ ਹੋ ਗਏ। ਉਸ ਦਿਨ ਤਰੀਕ 26 ਜਨਵਰੀ 1976 ਸੀ। ਖਬਰ ਸੁਣ ਕੇ ਬੰਤੇ ਤੇ ਤਾਂ ਮਾਨੋ ਮੁੜ ਕੇ ਜਵਾਨੀ ਆ ਗਈ। ਮੋਰਚਿਆਂ 'ਚ ਲੁਕੇ ਹੋਏ ਫੌਜੀ ਕਾਰਾਂ 'ਚ ਬੈਠ ਕੇ ਸ਼ਹਿਰ ਦੇ ਪੱਬਾਂ 'ਚ ਸ਼ਰਾਬ ਤੇ ਬੀਅਰ ਦੇ ਗਲਾਸਾਂ ਨਾਲ ਆਮੋ ਸਾਹਮਣੇ ਜਾ ਟਕਰਾਏ ਤੇ ਅਗਲੇ ਦਿਨ ਸਾਰਿਆਂ ਦੇ ਨਾਲ ਦੇ ਸ਼ਹਿਰ 'ਚ ਬਣੇ ਇਮੀਗ੍ਰੇਸ਼ਨ ਦੇ ਦਫ਼ਤਰ 'ਚ ਜਾ ਕੇ ਆਪਣੇ ਆਪ ਨੂੰ ਸਰਕਾਰ ਸਾਹਮਣੇ ਪ੍ਰਗਟ ਕਰ ਦਿੱਤਾ। ਇਹ ਖਬਰ ਦੂਰ ਦੁਰਾਡੇ ਖੇਤਾਂ 'ਚ ਲੁੱਕ ਕੇ ਕੰਮ ਕਰਦੇ ਕਈ ਮੁੰਡਿਆਂ ਤੱਕ ਕਈ ਦਿਨ ਨਾ ਪਹੁੰਚ ਸਕੇ। ਜਿਸ ਨੂੰ ਵੀ ਇਹ ਖਬਰ ਮਿਲਦੀ ਉਹੀ ਇੱਕ ਦੂਜੇ ਨੂੰ ਲੱਭ ਕੇ ਦੱਸਦਾ ਤੇ ਇਸ ਤਰ੍ਹਾਂ ਕੁਝ ਦਿਨਾਂ ਵਿੱਚ ਹੀ ਕੱਚੇ ਫਾਰਮਾਂ ਤੇ ਫੈਕਟਰੀਆਂ 'ਚ ਇਸ ਤਰ੍ਹਾਂ ਬਾਹਰ ਨਿਕਲ ਆਏ ਜਿਵੇਂ ਮੀਂਹ ਪੈਣ ਤੇ ਕੀੜਿਆਂ ਦਾ ਭੌਣ। ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨੇ ਲੋਕ ਕੱਚੇ ਤੌਰ ਤੇ ਇੱਥੇ ਰਹਿੰਦੇ ਆ। ਸ਼ਿਪਾਂ ਤੋਂ ਭੱਜਿਆਂ ਹੋਇਆਂ ਦੇ ਪਾਸਪੋਰਟ ਪਹਿਲਾਂ ਹੀ ਇਮੀਗ੍ਰੇਸ਼ਨ ਵਾਲਿਆਂ ਕੋਲ ਪਏ ਸੀ। ਉਹਨਾਂ ਨੇ ਉਹਨਾਂ ਦੇ ਪਾਸਪੋਰਟਾਂ ਤੇ 6-6 ਮਹੀਨੇ ਦੀਆਂ ਮੋਹਰਾਂ ਲਾ ਕੇ ਉਹਨਾਂ ਨੂੰ ਕਹਿ ਕੇ ਤੋਰ ਦਿੱਤਾ ਕਿ 6 ਮਹੀਨੇ ਦੇ ਵਿੱਚ ਪੱਕੀ ਮੋਹਰ ਤੁਹਾਨੂੰ ਮਿਲ ਜਾਏਗੀ।
ਪਰ ਉਹ ਤੋਂ ਪਹਿਲਾਂ ਤੁਹਾਡੀ ਡਾਕਟਰੀ ਹੋਏਗੀ। ਤੁਸੀਂ ਹੁਣੇ ਹੀ ਜੇ ਵਿਆਹੇ ਹੋਏ ਹੋ ਆਪਣੇ ਪਰਿਵਾਰਾਂ ਨੂੰ ਬੁਲਾਉਣ ਲਈ ਫਾਰਮ ਭਰ ਕੇ ਦੇ ਜਾਓ। ਜਿਹੜੇ ਵਿਆਹੇ ਹੋਏ ਸੀ ਉਹਨਾਂ ਦੇ ਭਾਅ ਦੇ ਤਾਂ ਸਵਰਗਾਂ ਦੇ ਬੂਹੇ ਖੁੱਲ੍ਹ ਗਏ। ਕਈ ਕਾਲਿਆਂ ਨੇ ਤਾਂ ਉਸੇ ਸਮੇਂ ਫਾਰਮ ਭਰ ਕੇ ਦੇ ਦਿੱਤੇ, ਪਰ ਕਈ ਖਚਰੇ ਤੇ ਸ਼ੈਤਾਨ ਆਦਮੀ ਫਾਰਮ ਨਾਲ ਲੈ ਗਏ ਕਿ ਸਾਨੂੰ ਆਪਣੇ ਬੱਚਿਆਂ ਦੇ ਘਰ ਵਾਲੀਆਂ ਦੀਆਂ ਜਨਮ ਤਰੀਕਾਂ ਦਾ ਪੱਕਾ ਪਤਾ ਨਹੀਂ। ਅਸੀਂ ਇੰਡੀਆ ਤੋਂ ਚਿੱਠੀ ਲਿਖ ਕੇ ਉਹਨਾਂ ਦੀ ਠੀਕ ਜਨਮ ਤਰੀਕਾਂ ਮੰਗਵਾ ਕੇ ਫਿਰ ਫਾਰਮ ਭਰ ਕੇ ਦੇ ਜਾਵਾਂਗੇ। ਇਸ ਤਰ੍ਹਾਂ ਉਹਨਾਂ ਨੇ ਆਪਣੇ ਭਤੀਜੇ ਤੇ ਭਾਣਜੇ ਆਪਣੇ ਬੱਚਿਆਂ ਦੀ ਸੂਚੀ 'ਚ ਸ਼ਾਮਲ ਕਰਕੇ ਫਾਰਮ ਭਰ ਕੇ ਇਮੀਗ੍ਰੇਸ਼ਨ ਦਫ਼ਤਰ ਦਿੱਤੇ। ਮੋਏ ਪੁੱਛਦੇ ਸੀ ਇਸ ਰੌਲੇ ਰੱਪੇ 'ਚ ਵੀ ਕਿਸ ਨੇ ਆਪਣੇ ਫਾਰਮ 'ਚ ਕਿੰਨੇ ਭਤੀਜੇ ਭਾਣਜੇ ਪੁੱਤ ਬਣਾ ਕੇ ਪਾਏ ਹੈ। ਕਿਹੜਾ ਕਿਸੇ ਦੇ ਪਿਛਲੇ ਪਰਿਵਾਰ ਬਾਰੇ ਬਹੁਤਾ ਜਾਣਦਾ ਸੀ। ਜਿਹੜੇ ਵਿਆਹੇ ਸੀ ਉਹ ਵਿਚਾਰੇ ਕੀ ਲਿਖਦੇ, ਪਰ ਉਹਨਾਂ 'ਚ ਵੀ ਕਈ ਸ਼ੈਤਾਨ ਮੁੰਡਿਆਂ ਨੇ ਆਪਣੇ ਘਰ ਵਾਲੀ ਦਾ ਫਰਜ਼ੀ ਨਾਂ ਲਿਖ ਕੇ ਆਪਣੇ ਭਤੀਜਿਆਂ ਭਣੇਵਿਆਂ ਦੇ ਨਾਂ ਆਪਣੇ ਪੁੱਤਾਂ 'ਚ ਲਿਖਾ ਲਿਆ। ਇਸ ਤਰ੍ਹਾਂ ਆਸਟ੍ਰੇਲੀਆ 'ਚ ਪੱਕੇ ਹੋਣ ਦੇ ਇਸ ਪਹਿਲੇ ਦੌਰ ਸਮੇਂ ਜੋ ਜੀ ਆਇਆ ਸੋ ਰਾਜ਼ੀ ਚਲਾ ਗਿਆ। ਕਿਸੇ ਨੇ ਬਹੁਤੀ ਪੁੱਛ ਪੜਤਾਲ ਨਾ ਕੀਤੀ। ਜਿੰਨੇ ਕਿਸੇ ਨੇ ਨਿਆਣੇ ਭਰੇ ਸਾਰੇ ਆਸਟ੍ਰੇਲੀਆ ਪਹੁੰਚ ਗਏ। ਆਸਟ੍ਰੇਲੀਆ 'ਚ ਪੱਕੇ ਹੋਣ ਦੀ ਖਬਰ ਸੰਸਾਰ ਦੇ ਵੱਖ-ਵੱਖ ਮੁਲਕਾਂ 'ਚ ਰੁਜ਼ਗਾਰ ਦੀ ਭਾਲ 'ਚ ਨਿਕਲੇ ਪੰਜਾਬੀ ਗੱਭਰੂਆਂ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਧੜਾ ਧੜ ਸ਼ਿਪਾਂ ਵਿੱਚੋਂ ਆਸਟ੍ਰੇਲੀਆ ਦੀਆਂ ਬੰਦਰਗਾਹਾਂ ਤੇ ਲੋਕ ਭੱਜਣੇ ਸ਼ੁਰੂ ਹੋ ਗਏ। ਇੱਕ ਵਾਰ ਤਾਂ ਸਿਡਨੀ ਦੀ ਬੰਦਰਗਾਹ ਤੇ ਇੱਕ ਸ਼ਿਪ ਦੇ ਕਪਤਾਨ ਨੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਮੇਰੇ ਸ਼ਿਪ 'ਚੋਂ ਪੰਜਾਬੀ ਕਰਮਚਾਰੀ ਇੱਥੇ ਆ ਕੇ ਭੱਜ ਜਾਣੇ ਆ। ਤੁਸੀਂ ਪੂਰੀ ਚੌਕਸੀ ਨਾਲ ਇਹਨਾਂ ਦਾ ਖਿਆਲ ਰੱਖਣਾ ਹੈ। ਇਮੀਗ੍ਰੇਸ਼ਨ ਦੀ ਚੌਕਸੀ ਤੇ ਪੁਲਿਸ ਦੇ ਪਹਿਰੇ ਦੇ ਹੁੰਦਿਆਂ ਹੋਇਆਂ ਵੀ 52 ਦੇ 52 ਪੰਜਾਬੀ ਸ਼ਿਪ 'ਚੋਂ ਭੱਜ ਗਏ। ਇੱਥੋਂ ਭੱਜ ਕੇ ਉਹ ਕਿਸੇ ਨਾ ਕਿਸੇ ਤਰ੍ਹਾਂ ਕੁਈਨਜ਼ਲੈਂਡ ਗੰਨੇ ਦੇ ਫਾਰਮਾਂ 'ਚ ਪਹੁੰਚ ਗਏ। ਸ਼ਿਪ ਦੇ ਕਪਤਾਨ ਨੇ ਇਮੀਗ੍ਰੇਸ਼ਨ ਤੇ ਪੁਲਿਸ ਉੱਤੇ ਕੇਸ ਕਰਨ ਦੀ ਧਮਕੀ ਦਿੱਤੀ। ਫਿਰ ਕੀ ਸੀ, ਇਮੀਗ੍ਰੇਸ਼ਨ ਤੇ ਪੁਲਿਸ ਨੂੰ ਵਕਤ ਪੈ ਗਿਆ। ਉਹਨਾਂ ਹੈਲੀਕਾਪਟਰਾਂ ਨਾਲ ਗੰਨੇ ਦੇ ਫਾਰਮਾਂ 'ਚ ਲੁਕੇ 50 ਪੰਜਾਬੀ ਫੜ ਲਏ ਤੇ 2 ਕਿਸੇ ਤਰ੍ਹਾਂ ਬਚ ਗਏ। ਇਸ ਤੋਂ ਪਿੱਛੋਂ ਵੀ 2-2 4-4 ਪੰਜਾਬੀ ਜਿਹੜਾ ਵੀ ਸ਼ਿਪ ਆਸਟ੍ਰੇਲੀਆ ਦੀ ਜਿਸ ਵੀ ਬੰਦਰਗਾਹ ਤੇ ਆਉਂਦਾ ਉੱਥੋਂ ਹੀ ਭੱਜ ਜਾਂਦਾ। ਇਸ ਤਰ੍ਹਾਂ ਇਹਨਾਂ ਕੱਚਿਆਂ ਦੀ ਗਿਣਤੀ ਫਿਰ ਵਧਣ ਲੱਗੀ। ਇਹ ਕੱਚੇ ਬਦਕਿਸਮਤੀ ਨਾਲ ਜੇ ਕਦੇ ਸਾਊਥ ਆਸਟ੍ਰੇਲੀਆ ਵਿਚਲੇ ਫਾਰਮਾਂ 'ਚ ਕੰਮ ਲੱਭਣ ਚਲੇ ਜਾਂਦੇ ਤਾਂ ਉੱਥੇ ਵਸਦਾ ਇੱਕ ਪੁਰਾਣਾ ਪੰਜਾਬੀ ਆਸਟ੍ਰੇਲੀਅਨ ਪੁਲਿਸ ਤੇ ਇਮੀਗ੍ਰੇਸ਼ਨ ਦਾ ਟਾਊਟ ਉਹਨਾਂ ਨੂੰ ਇਮੀਗ੍ਰੇਸ਼ਨ ਕੋਲ ਫੜਾ ਦਿੰਦਾ ਤੇ ਕਹਿੰਦਾ, ਆਸਟ੍ਰੇਲੀਆ ਸੋਨੇ ਦੀ ਚਿੜੀ ਹੈ, ਇੱਥੇ ਅਸੀਂ ਤਿਲੀਅਰ ਨਹੀਂ ਮੰਗਦੇ। ਕਾਲਿਆਂ ਨੂੰ ਇਹ ਤਿਲੀਅਰ ਸੱਦਦਾ। ਹੌਲੀ ਜਿਵੇਂ ਉਹਦਾ ਪਤਾ ਲੱਗਦਾ ਗਿਆ ਕੱਚੇ ਮੁੰਡੇ ਸਾਊਥ ਆਸਟ੍ਰੇਲੀਆ ਜਾਣ ਤੋਂ ਡਰਨ ਲੱਗ ਪਏ। ਪਰ ਨਵੇਂ ਪੱਕੇ ਹੋਏ ਉਹਨੂੰ ਵਲ ਪਾ ਕੇ ਵੀ ਮਿਲਦੇ ਤੇ ਕਈ ਵਾਰ ਪੱਬ ਵਿੱਚ ਹੀ ਉਹਦੀ ਲਾਹ ਪਾਹ ਕਰ ਦਿੰਦੇ। ਹੁਣ ਉਹ ਇਹਨਾਂ ਨਵੇਂ ਪੱਕਿਆਂ ਤੋਂ ਨੱਕ ਜਿਹਾ ਭੰਨਣ ਲੱਗ ਪਿਆ ਸੀ। ਬੰਤੇ ਦਾ ਡੁਰਲੀ ਜੱਥਾ ਤਾਂ ਉਹਦੇ ਨਾਲ ਆਮੋ ਸਾਹਮਣੀ ਟੱਕਰ ਲੈਣ ਲਈ ਹੱਥਾਂ ਨੂੰ ਥੁੱਕ ਲਾਈ ਫਿਰਦਾ ਸੀ, ਪਰ ਇਹ ਟੱਕਰ ਕਦੀ ਹੋਈ ਨਾ। ਅੰਗ 17ਵਾਂ। ਬੰਤੇ ਦੇ ਨਾਲ ਦੇ ਮੁੰਡੇ ਹਰ ਵੇਲੇ ਬੰਤੇ ਨੂੰ ਆਪਣੇ ਨਾਲ ਹੀ ਰੱਖਦੇ। ਉਹਨਾਂ ਨੂੰ ਤਾਂ ਜਿਵੇਂ ਇਹ ਬਾਪੂ ਮਸੀਂ ਮਿਲਿਆ ਸੀ। ਇਹ ਬਾਪੂ ਵੀ ਸਾਫ਼ ਤੇ ਪਵਿੱਤਰ ਦਿਲ ਆਤਮਾ ਸੀ, ਜਿਹੜਾ ਹਰ ਮੁੰਡੇ ਦੀ ਆਪਣੇ ਪੁੱਤਾਂ ਪੋਤਿਆਂ ਵਾਂਗ ਸਹਾਇਤਾ ਕਰਦਾ ਤੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਪਿਆਰ ਕਰਦਾ। ਘੁੰਮਦੇ ਘੁਮਾਉਂਦੇ ਗੰਨੇ ਦੇ ਸੀਜ਼ਨ ਤੇ ਕੁਈਨਜ਼ਲੈਂਡ ਪਹੁੰਚੇ ਤਾਂ ਕੁਦਰਤੀ ਜੱਗੂ ਤੇ ਗੇਲੂ ਤੇ ਜੈਨੀ ਵੀ ਬੈਠੇ ਸੀ। ਬੰਤਾ ਕਈ ਮਹੀਨਿਆਂ ਬਾਅਦ ਉਹਨਾਂ ਨੂੰ ਮਿਲ ਰਿਹਾ ਸੀ। ਜਦੋਂ ਬੰਤਾ, ਗੇਲੂ ਤੇ ਜੱਗੂ ਤਿੰਨੇ ਹੀ ਬਰੋਬਰ ਇੱਕ ਸੋਫੇ ਤੇ ਬੈਠੇ ਤਾਂ ਜੈਨੀ ਟਿਕ ਹੀ ਲਾ ਕੇ ਤਿੰਨਾਂ ਦੇ ਚਿਹਰਿਆਂ ਵੱਲ ਵੇਖ ਰਹੀ ਸੀ। ਫਿਰ ਉਸ ਕੋਲੋਂ ਰਿਹਾ ਨਾ ਗਿਆ। ਉਹਨੇ ਬੰਤੇ ਨੂੰ ਕਹਿ ਹੀ ਦਿੱਤਾ, ਡੀਅਰ, ਤੁਹਾਡੀ ਤਿੰਨਾਂ ਦੀ ਸ਼ਕਲ ਅਸਲ 'ਚ ਇੰਨੀ ਮਿਲਦੀ ਹੈ ਜਿਵੇਂ ਇਹ ਦੋਵੇਂ ਹੀ ਤੇਰੇ ਪੁੱਤਰ ਹੋਣ। ਤੇ ਬੰਤੇ ਨੇ ਜੋ ਦੋਹਾਂ ਦੇ ਵਿਚਕਾਰ ਬੈਠਾ ਸੀ ਪਿਆਰ ਨਾਲ ਦੋਹਾਂ ਨੂੰ ਕਲਾਵੇ 'ਚ ਲੈ ਕੇ ਕਿਹਾ, ਦੋਵੇਂ ਮੇਰੇ ਪੁੱਤਰ ਹੀ ਤਾਂ ਹਨ, ਜਿਨ੍ਹਾਂ ਦੇ ਆਸਰੇ ਮੈਂ ਇਸ ਉਮਰ 'ਚ ਵੀ ਜਵਾਨਾਂ ਵਾਂਗ ਕੰਮ ਕਰਦਾ ਫਿਰਦਾ। ਗੇਲੂ ਤੇ ਜੱਗੂ ਦੀਆਂ ਮਾਂ ਨੂੰ ਮਾਣ ਨਾਲ ਹੱਥ ਛਾਤੀਆਂ ਚੌੜੀਆਂ ਹੋ ਗਈਆਂ। ਉਸ ਰਾਤ ਜਦੋਂ ਬੰਤਾ ਜੈਨੀ ਨਾਲ ਉਹਦੇ ਘਰ ਗਿਆ ਤੇ ਜੈਨੀ ਬੰਤੇ ਲਈ ਪਿਆਰ ਨਾਲ ਵਿਸਕੀ ਦਾ ਪੈਗ ਬਣਾਉਂਦੀ ਹੋਈ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਬੋਲੀ, ਡਾਰਲਿੰਗ, ਸੱਚ ਦੱਸ, ਗੇਲੂ ਤੇਰਾ ਪੁੱਤਰ ਹੈ ਕਿ ਤੇਰੇ ਭਰਾ ਦਾ? ਬੰਤੇ ਨੇ ਸੱਚੋ ਸੱਚ ਦੱਸ ਦਿੱਤਾ, ਜਿਹਨੂੰ ਸੁਣ ਕੇ ਜੈਨੀ ਮੂੰਹ 'ਚ ਉਂਗਲੀ ਪਾ ਕੇ ਸੋਚਣ ਲੱਗ ਪਈ ਕਿ ਤੁਹਾਡੇ ਇਸ ਤਰ੍ਹਾਂ ਹੁੰਦਾ ਹੈ, ਪਰ ਇਹ ਠੀਕ ਨਹੀਂ। ਅਗਲੇ ਦਿਨ ਜਦੋਂ ਬੰਤਾ ਆਪਣੇ ਗੱਭਰੂ ਸਾਥੀਆਂ 'ਚ ਮੁੜਿਆ ਤਾਂ ਉਹ ਕੋਈ ਸਕੀਮ ਬਣਾਈ ਬੈਠੇ ਸੀ। ਬੰਤੇ ਨੂੰ ਬੈਠਿਆਂ ਥੋੜਾ ਚਿਰ ਹੀ ਹੋਇਆ ਸੀ ਕਿ ਉਹ ਆਪਸ 'ਚ ਘੁਸਰ ਮੁਸਰ ਕਰਨ ਲੱਗ ਪਏ ਤੇ ਫਿਰ ਬਾਗੀ ਜੰਗ ਫਲੇ ਨੇ ਕਿਸ਼ਨੇ ਨੂੰ ਕੂਣੀ ਮਾਰ ਕੇ ਕਿਹਾ, ਹੁਣ ਕਹਿ ਦੇ ਜਿਹੜੀ ਆਪਾਂ ਸੋਚੀ ਸੀ। ਤੇ ਬੰਤਾ ਹੈਰਾਨੀ ਨਾਲ ਸਾਰਿਆਂ ਦੇ ਮੂੰਹ ਵੱਲ ਵੇਖਣ ਲੱਗ ਪਿਆ। ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਸਾਰੇ ਕੀ ਮਤਾ ਪਕਾਈ ਬੈਠੇ ਆ। ਫਿਰ ਕਿਸ਼ਨੇ ਨੇ ਹੌਸਲਾ ਕਰਕੇ ਕਹਿ ਹੀ ਦਿੱਤਾ, ਬਾਪੂ,
ਅਸੀਂ ਇੱਕ ਫੈਸਲਾ ਕੀਤਾ, ਤੈਨੂੰ ਦੱਸਾਂਗੇ ਫੇਰ, ਪਹਿਲਾਂ ਵਾਅਦਾ ਕਰਕੇ ਸਾਡੀ ਗੱਲ ਮੰਨੇਗਾ। ਜੇ ਸਾਡਾ ਬਾਪ ਹੈ ਤਾਂ। ਬੰਤਾ ਦੁਬਿਧਾ ਜਿਹੀ 'ਚ ਪੈ ਗਿਆ, ਪਰ ਫਿਰ ਹੌਸਲੇ ਜਿਹੇ ਨਾਲ ਕਿਹਾ, ਓਏ ਜੰਗ ਫਲਿਓ, ਦੱਸੋ ਗੱਲ ਕੀ ਆ? ਅੱਗੇ ਕਿਹੜਾ ਮੈਂ ਤੁਹਾਤੋਂ ਭੱਜਿਆ? ਤੁਹਾਡੀ ਖਾਤਰ ਤਾਂ ਮੇਰੀ ਜਾਨ ਵੀ ਹਾਜ਼ਰ ਹੈ, ਮੰਗ ਕੇ ਤਾਂ ਦੇਖੋ। ਇਹ ਸੁਣ ਕੇ ਸਾਰਿਆਂ ਦੇ ਚਿਹਰਿਆਂ ਤੇ ਰੌਣਕ ਜੀ ਆ ਗਈ। ਕਿਸ਼ਨਾ ਬੋਲਿਆ, ਬਾਪੂ ਤੈਨੂੰ ਹੁਣ ਇੰਡੀਆ ਜਾਣਾ ਪਊ ਬੇਬੇ ਨੂੰ ਲੈਣ। ਇਹ ਸਾਡਾ ਸਾਰਿਆਂ ਦਾ ਫੈਸਲਾ ਹੈ। ਬੰਤੇ ਨੂੰ ਇੱਕ ਝਟਕਾ ਜਿਹਾ ਲੱਗਾ। ਉਹਨੇ ਤਾਂ ਕੁਝ ਸਮੇਂ ਤੋਂ ਇੰਡੀਆ ਜਾਣ ਬਾਰੇ ਸੋਚਣਾ ਹੀ ਬੰਦ ਕਰਤਾ ਸੀ, ਪਰ ਅੱਜ ਉਹਦਾ ਮਨ ਇੱਕਦਮ ਉਛਾਲਾ ਮਾਰ ਗਿਆ ਤੇ ਉਹਦੀਆਂ ਅੱਖਾਂ ਭਰ ਆਈਆਂ। ਉਹਦੇ ਮਨ 'ਚ ਆਇਆ ਕਿ ਮੈਂ ਹੁਣ ਇੰਡੀਆ ਕੀ ਲੈ ਕੇ ਜਾਵਾਂਗਾ। ਮੁੰਡਿਆਂ ਨੇ ਸਮਝਿਆ ਕਿ ਬਾਪੂ ਦੀਆਂ ਅੱਖਾਂ ਬੇਬੇ ਨੂੰ ਯਾਦ ਕਰਕੇ ਭਰ ਆਈਆਂ। ਫਿਰ ਇੱਕ ਹੌਕਾ ਜਿਹਾ ਲੈ ਕੇ ਉਹਨੇ ਕਿਹਾ, ਚੰਗਾ ਬਈ ਜੰਗ ਫਲਿਓ, ਜਿੱਦਾਂ ਤੁਸੀਂ ਕਹਿੰਦੇ ਹੋ ਉੱਦਾਂ ਹੀ ਕਰ ਲੈਂਦੇ ਹਾਂ, ਪਰ ਮੇਰਾ ਤਾਂ ਹਾਲੇ ਪਾਸਪੋਰਟ ਵੀ ਨਹੀਂ ਬਣਿਆ। ਪਤਾ ਨਹੀਂ ਕਿੰਨਾ ਚਿਰ ਲੱਗੇ। ਉਂਝ ਲਾਲ ਦੱਸਦਾ ਸੀ ਵੀ ਸਿਡਨੀ ਕਾਗਜ਼ਾਂ 'ਚ ਮੇਰਾ ਨਾਂ ਬੋਲਦਾ। ਜੇ ਤੁਹਾਡੇ 'ਚੋਂ ਕੋਈ ਜਣਾ ਮੇਰੇ ਨਾਲ ਚੱਲੇ ਤਾਂ ਆਪਾਂ ਪਤਾ ਕਰਕੇ ਪਾਸਪੋਰਟ ਬਣਵਾ ਲਈਏ। ਤੇ ਕਿਸ਼ਨਾ ਬਾਪੂ ਨਾਲ ਸਿਡਨੀ ਜਾਣ ਨੂੰ ਤਿਆਰ ਹੋ ਗਿਆ। ਅੱਧੀ ਰਾਤ ਨੂੰ ਕਾਰ 'ਚ ਸਿਡਨੀ ਨੂੰ ਤੁਰ ਪਏ। ਦੁਪਹਿਰ ਤਾਈਂ ਪੁੱਛਦੇ ਪੁਛਾਉਂਦੇ ਇਮੀਗ੍ਰੇਸ਼ਨ ਦੇ ਦਫ਼ਤਰ ਪਹੁੰਚ ਗਏ। ਉੱਥੇ ਜਾ ਕੇ ਕਾਗਜ਼ਾਂ ਦੀ ਕਾਫੀ ਫੋਲਾ-ਫਾਲੀ ਤੋਂ ਬਾਅਦ ਪੁਰਾਣੇ ਰਿਕਾਰਡ 'ਚ ਬੰਤੇ ਦਾ ਨਾਂ, ਜਨਮ ਤਰੀਕ ਤੇ ਉਹਦੇ ਆਸਟ੍ਰੇਲੀਆ ਪਹੁੰਚਣ ਦੀ ਤਰੀਕ ਮਿਲ ਗਈ। ਉਹਨਾਂ ਨੇ ਬੰਤੇ ਹੋਰਾਂ ਨੂੰ ਅਗਲੇ ਦਿਨ ਪਾਸਪੋਰਟ ਲੈ ਜਾਣ ਲਈ ਸਮਾਂ ਦੇ ਦਿੱਤਾ ਤੇ ਬੰਤੇ ਦੀਆਂ 3 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਕਾਗਜ਼ਾਂ ਦੇ ਨਾਲ ਲਾ ਲਈਆਂ। ਉਸ ਰਾਤ ਬੰਤੇ ਹੋਰੀ ਸਿਡਨੀ 'ਚ ਕੈਰਾਵਾਨ ਪਾਰਕ ਵਿੱਚ ਰਹੇ ਤੇ ਅਗਲੇ ਦਿਨ ਉਹਨਾਂ ਪਾਸਪੋਰਟ ਲੈ ਕੇ ਇੰਡੀਆ ਨੂੰ ਜਾਣ ਵਾਲੇ ਜਹਾਜ਼ ਦੀ ਟਿਕਟ ਬਾਰੇ ਏਜੰਟਾਂ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰਤੀ ਤੇ ਫਿਰ ਉਹਨਾਂ ਨੇ ਬ੍ਰਿਟਿਸ਼ ਏਅਰਵੇਜ਼ ਦੀ ਸੀਟ ਬੁੱਕ ਕਰਵਾ ਲਈ। ਇਹ ਜਹਾਜ਼ ਸਿਡਨੀ ਤੋਂ ਸਿੰਗਾਪੁਰ ਰਾਹੀਂ ਦਿੱਲੀ ਜਾਣਾ ਸੀ। ਸੀਟ 15 ਦਿਨ ਬਾਅਦ ਦੀ ਸੀ। ਬੰਤੇ ਹੋਰੀ ਟਿਕਟ ਲੈ ਕੇ ਮੁੜ ਕੁਈਨਜ਼ਲੈਂਡ ਆ ਗਏ। ਜਦੋਂ ਬਾਪੂ ਦੇ ਨੌਜਵਾਨ ਦੋਸਤਾਂ ਨੂੰ ਬਾਪੂ ਦੇ 15 ਦਿਨਾਂ ਤੱਕ ਇੰਡੀਆ ਜਾਣ ਬਾਰੇ ਪਤਾ ਲੱਗਾ ਤਾਂ ਖੁਸ਼ੀ 'ਚ ਚਾਂਬੜਾ ਪਾਉਣ ਲੱਗੇ। ਪਤਾ ਨਹੀਂ ਕਿਸੇ ਤਰ੍ਹਾਂ ਬੰਤੇ ਦੀ ਇੰਡੀਆ ਜਾਣ ਦੀ ਖਬਰ ਜੈਨੀ ਤਾਈਂ ਵੀ ਪਹੁੰਚ ਗਈ। ਜਦੋਂ ਬੰਤਾ ਉਹਨੂੰ ਮਿਲਣ ਗਿਆ ਤਾਂ ਉਹ ਬੰਤੇ ਨੂੰ ਪਿਆਰ ਤੇ ਨਿਹੋਰੇ ਜਿਹੇ ਨਾਲ ਕਹਿਣ ਲੱਗੀ, ਆਪਣੇ ਇੰਡੀਆ ਜਾਣ ਦਾ ਪ੍ਰੋਗਰਾਮ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਤੂੰ ਕੀ ਸੋਚਿਆ ਵੀ ਮੈਂ ਤੈਨੂੰ ਜਾਣ ਨਾ ਦਿੰਦੀ? ਇਹ ਠੀਕ ਹੈ, ਮੇਰਾ ਦਿਲ ਨਹੀਂ ਕਰਦਾ ਕਿ ਤੂੰ ਮੈਨੂੰ ਛੱਡ ਕੇ ਕਿਸੇ ਹੋਰ ਦੀਆਂ ਬਾਹਾਂ 'ਚ ਉਹਦੇ ਪਿਆਰ ਦਾ ਨਿੱਘ ਮਾਣੇ, ਪਰ ਮੈਂ ਇਹ ਵੀ ਸਮਝਦੀ ਹਾਂ ਕਿ ਤੇਰੀ ਪਤਨੀ ਦਾ ਹੱਕ ਤੇਰੇ ਤੇ ਮੇਰੇ ਤੋਂ ਪਹਿਲਾਂ ਤੇ ਜ਼ਿਆਦਾ ਹੈ। ਇਸ ਲਈ ਮੈਂ ਆਪਣੇ ਵੱਲੋਂ ਤੇਰੀ ਪਤਨੀ ਨੂੰ ਕੁਝ ਸੁਗਾਤਾਂ ਭੇਜਣਾ ਚਾਹੁੰਦੀ ਹਾਂ। ਮੈਨੂੰ ਉਹਦੀ ਪਸੰਦ ਦਾ ਨਹੀਂ ਪਤਾ, ਆਪਾਂ ਕੱਲ ਨੂੰ ਦੋਵੇਂ ਰਲ ਕੇ ਉਹਦੀ ਪਸੰਦ ਦੀਆਂ ਚੀਜ਼ਾਂ ਖਰੀਦਾਂਗੇ ਤੇ ਜਿਸ ਦਿਨ ਤੂੰ ਜਾਣਾ ਹੈ ਮੈਂ ਤੈਨੂੰ ਆਪ ਜਹਾਜ਼ ਚੜ੍ਹਾ ਕੇ ਆਵਾਂਗੀ। ਆਪਾਂ ਜ਼ਿੰਦਗੀ ਦਾ ਲੰਬਾ ਸਮਾਂ ਪਿਆਰਾ ਸਾਥ ਮਾਣਿਆ। ਮੈਂ ਚਾਹੁੰਦੀ ਹਾਂ ਰਹਿੰਦੀ ਜ਼ਿੰਦਗੀ ਤੇਰੀ ਪਤਨੀ ਮੇਰੇ ਪਿਆਰ ਦਾ ਨਿੱਘ ਤੇ ਤੇਰੀ ਧੀ ਮੇਰੇ ਪਿਆਰ ਦੀ ਛਾਂ ਮਾਣੇ। ਵਿਸ਼ ਯੂ ਬੈਸਟ ਆਫ ਲੱਕ ਬੰਟੇ। ਜੈਨੀ ਦੀ ਗੱਲ ਸੁਣ ਕੇ ਬੰਤਾ ਸੁੰਨ ਜਿਹਾ ਹੋ ਗਿਆ। ਉਹਨੂੰ ਤਾਂ ਇਹਦੀ ਆਸ ਵੀ ਨਹੀਂ ਸੀ ਕਿ ਜੈਨੀ ਇੰਨੀ ਖੁੱਲ੍ਹਦਿਲੀ ਨਾਲ ਉਹਨੂੰ ਵਿਦਾ ਕਰੇਗੀ ਤੇ ਉਹਨੇ ਮਹਿਸੂਸ ਕੀਤਾ ਕਿ ਜੈਨੀ ਉਹ ਮਹਾਨ ਔਰਤ ਹੈ ਜਿੰਨੇ ਵੱਡੇ ਦਿਲ ਨਾਲ ਮੈਨੂੰ ਆਪਣੇ ਪਿਆਰ ਦੇ ਗਗਨਾਂ 'ਚ ਜੀ ਆਇਆਂ ਆਖਿਆ ਸੀ, ਅੱਜ ਉਹ ਤੋਂ ਵੀ ਵੱਧ ਵੱਡੇ ਜਿਗਰੇ ਨਾਲ ਆਪਣੇ ਦਿਲ ਦੀ ਧਰਤੀ ਤੋਂ ਅਲਵਿਦਾ ਆਖ ਰਹੀ ਹੈ। ਅਗਲੇ ਦਿਨ ਬੰਤਾ ਤੇ ਜੈਨੀ ਸ਼ਾਪਿੰਗ ਕਰਨ ਇਕੱਠੇ ਗਏ। ਬੰਤੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਚੰਨੋ ਲਈ ਕੀ ਖਰੀਦੇ। ਉਹਨੇ ਆਪਣੇ ਦੋਵਾਂ ਭਰਾਵਾਂ ਲਈ ਕਮੀਜ਼ਾਂ ਖਰੀਦੀਆਂ, ਉਹਨਾਂ ਦੇ ਬੱਚਿਆਂ ਲਈ ਕੋਟੀਆਂ ਤੇ ਹੋਰ ਨਿੱਕਾ ਮੋਟਾ ਸਮਾਨ। ਉਧਰ ਜੈਨੀ ਕੱਲੀ ਜਨਾਨੀ ਪਾਸੇ ਜਾ ਕੇ ਆਪਣੀ ਮਰਜ਼ੀ ਦਾ ਸਮਾਨ ਚੰਨੋ ਤੇ ਉਹਦੀ ਧੀ ਲਈ ਚੁਣ ਟਰਾਲੀ 'ਚ ਇਕੱਠਾ ਕਰ ਰਹੀ ਸੀ ਤੇ ਇੱਕ ਵਾਰ ਉਹਨੇ ਆ ਕੇ ਬੰਤੇ ਨੂੰ ਪੁੱਛਿਆ, ਤੇਰੇ ਖਿਆਲ 'ਚ ਕਿੰਨੀ ਕੁ ਮੋਟੀ ਹੋਊ ਤੇਰੀ ਘਰ ਵਾਲੀ ਤੇ ਤੇਰੀ ਧੀ? ਬੰਤਾ ਹੱਸ ਕੇ ਕਹਿਣ ਲੱਗਾ, ਹੁਣ ਮੈਨੂੰ ਕੀ ਪਤਾ, ਪਹਿਲਾਂ ਤਾਂ ਛਮ ਕਰ ਗਈ ਸੀ ਤੇਰੇ ਵਾਂਗੂ, ਤੇ ਧੀ ਤਾਂ ਮੈਂ ਵੇਖੀ ਹੀ ਨਹੀਂ। ਉਂਝ ਗੋਲੂ ਦੱਸਦਾ ਸੀ ਤਾਰੋ ਦੇ ਨੈਣ ਨਕਸ਼ ਮੇਰੇ ਤੇ ਗਏ ਨੇ, ਕੱਦ ਤੇ ਸਰੀਰ ਮਾਂ ਦੇ। ਜੈਨੀ ਉਹ ਤੋਂ ਬਾਅਦ ਫਿਰ ਸਟੋਰ 'ਚ ਜਨਾਨਾ ਸਮਾਨ ਵਾਲੇ ਪਾਸੇ ਚਲੀ ਗਈ। ਦੋਹਾਂ ਨੇ ਆਪਣੇ ਆਪਣੇ ਸਮਾਨ ਦਾ ਵੱਖਰਾ ਵੱਖਰਾ ਬਿੱਲ ਦਿੱਤਾ। ਘਰ ਆ ਕੇ ਜੈਨੀ ਨੇ ਜਦੋਂ ਬੰਤੇ ਨੂੰ ਸਮਾਨ ਦਿਖਾਲ ਕੇ ਪੈਕ ਕਰਨਾ ਸ਼ੁਰੂ ਕੀਤਾ, ਬੰਤਾ ਵੇਖ ਕੇ ਹੈਰਾਨ ਰਹਿ ਗਿਆ। ਇਹ ਕੀ? ਔਰਤਾਂ ਦੇ ਚਿਹਰੇ ਤੇ ਝੁਰੜੀਆਂ ਵਟਾਉਣ ਵਾਲੀ ਵਧੀਆ ਕਰੀਮ, ਬੁੱਲਾਂ ਤੇ ਲਾਉਣ ਲਈ ਸੁਰਖੀ, ਔਰਤਾਂ ਲਈ ਪਰਫਿਊਮ, ਔਰਤ ਦਾ ਹਰ ਲੋੜੀਂਦਾ ਸਮਾਨ ਉਹਨੇ ਖਰੀਦਿਆ ਹੋਇਆ ਸੀ। ਬੰਤੇ ਨੂੰ ਇਹ ਸਮਾਨ ਵੇਖ ਸ਼ਰਮ ਜੀ ਆ ਰਹੀ ਸੀ ਕਿ ਉਹ ਚੰਨੇ ਨੂੰ ਇਹ ਸਮਾਨ ਕਿਸ ਮੂੰਹ ਨਾਲ ਦੇਵੇਗਾ। ਹੌਲੀ ਹੌਲੀ ਸਾਰਾ ਸਮਾਨ ਘਰ 'ਚ ਇਕੱਠਾ ਹੋ ਰਿਹਾ ਸੀ। ਤੁਰਨ ਤੋਂ ਇੱਕ ਦਿਨ ਪਹਿਲਾਂ ਸਾਰਾ ਸਮਾਨ ਜਿਸ ਦਾ ਵੀ ਸੀ ਉਹਦੇ ਨਾਂ ਦੀਆਂ ਸਲਿੱਪਾਂ ਲਿਖ ਕੇ ਉਸ ਤੇ ਲਾ ਦਿੱਤੀਆਂ। ਨਾ ਕਰਦਿਆਂ ਵੀ ਬੰਤੇ ਕੋਲ ਕਾਫੀ ਭਾਰ ਹੋ ਗਿਆ
ਕਿਉਂਕਿ ਹਰ ਕਿਸੇ ਨੇ ਆਪਣੇ ਘਰਦਿਆਂ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਦਿੱਤਾ ਸੀ। ਕਈ ਵਿਆਹਿਆਂ ਹੋਇਆਂ ਦੀਆਂ ਚੀਜ਼ਾਂ ਵੱਲ ਵੇਖ ਕੇ ਬੰਤੇ ਨੇ ਹੱਸ ਕੇ ਕਿਹਾ, ਓਏ ਜੰਗ ਫਲਿਓ, ਆ ਨਿੱਕ ਸੁੱਕ ਜਿਹਾ ਮੈਂ ਤੁਹਾਡੀਆਂ ਘਰ ਵਾਲੀਆਂ ਨੂੰ ਕਿਵੇਂ ਫੜਾਊਂਗਾ? ਮੈਨੂੰ ਤਾਂ ਇਦਾਂ ਦੀਆਂ ਚੀਜ਼ਾਂ ਆਪਣੀ ਘਰ ਵਾਲੀ ਨੂੰ ਦੇਣ ਲੱਗਿਆਂ ਸ਼ਰਮ ਆਊ। ਚਲੋ ਆਪੇ ਤੁਹਾਡੀ ਬੇਬੇ ਫੜਾਊ ਕੱਲੀ ਕੱਲੀ ਨੂੰ। ਜਿਸ ਦਿਨ ਬੰਤੇ ਦੀ ਫਲਾਈਟ ਸੀ, ਉਹ ਇੱਕ ਦਿਨ ਪਹਿਲਾਂ ਹੀ ਘਰੋਂ ਕਾਰਾਂ ਦੇ ਕਾਫਲੇ 'ਚ ਸਿਡਨੀ ਨੂੰ ਤੁਰ ਪਿਆ। ਇੰਜ ਲੱਗਦਾ ਸੀ ਜਿਵੇਂ ਸਾਰੇ ਜੰਗ ਫਲੇ ਬਾਪੂ ਨੂੰ ਜਹਾਜ਼ ਚੜਾਉਣ ਲਈ ਚੱਲੇ, ਘੋੜੀ ਚੜਾਉਣ ਚੱਲੇ ਹੋਣ, ਤੇ ਬਾਪੂ ਵੀ ਅੱਜ ਜਿਵੇਂ 37 ਸਾਲਾਂ ਬਾਅਦ ਮੁੜ ਘੋੜੀ ਚੜਨ ਲੱਗਾ ਹੋਵੇ। ਇਹ ਕਾਫਲਾ ਏਅਰਪੋਰਟ ਤੇ ਜਹਾਜ਼ ਤੁਰਨ ਤੋਂ 3-4 ਘੰਟੇ ਪਹਿਲਾਂ ਹੀ ਪਹੁੰਚ ਗਿਆ। ਸਾਰੇ ਸਮਾਨ ਸਮੇਤ ਏਅਰਪੋਰਟ ਦੀ ਉੱਪਰਲੀ ਮੰਜ਼ਿਲ ਤੇ ਜਿੱਥੋਂ ਜਹਾਜ਼ ਦੀ ਰਵਾਨਗੀ ਹੁੰਦੀ ਸੀ ਪਹੁੰਚ ਗਏ। ਜੈਨੀ ਤੇ ਕੰਮੋਂ ਸਮਾਨ ਕੋਲ ਬੈਠ ਗਈਆਂ ਤੇ ਬਾਕੀ ਸਾਰੇ ਏਅਰਪੋਰਟ ਦੀ ਬਾਰ ਵਿੱਚ ਜਾ ਕੇ ਸ਼ਰਾਬ ਪੀਣ ਲੱਗ ਪਏ। 2 ਘੰਟਿਆਂ 'ਚ ਹੀ ਉਹਨਾਂ ਵਿੱਚੋਂ ਕਈ ਟੁੰਨ ਜੇ ਹੋ ਗਏ, ਪਰ ਬੰਤਾ, ਜੱਗੂ ਤੇ ਗੇਲੂ ਬਿਲਕੁਲ ਠੀਕ ਠਾਕ ਸਨ। ਸਮਾਨ ਤੁਲਵਾਇਆ ਗਿਆ, ਪਾਸਪੋਰਟ ਤੇ ਲੋੜੀਂਦਾ ਅੰਦਰਾਜ਼ ਕੀਤਾ ਗਿਆ। ਟਿਕਟ ਦੀ ਪੜਤਾਲ ਕਰਨ ਪਿੱਛੋਂ ਬੰਤੇ ਨੂੰ ਅੰਦਰ ਜਾਣ ਲਈ ਸਾਰਿਆਂ ਨੇ ਅਲਵਿਦਾ ਆਖੀ। ਜੈਨੀ ਨੇ ਬੰਤੇ ਨੂੰ ਪਿਆਰ ਚੁੰਮਣ ਦੇ ਕੇ ਸ਼ੁਭ ਇੱਛਾਵਾਂ ਨਾਲ ਵਿਦਾ ਕੀਤਾ, ਪਰ ਜਦੋਂ ਬੰਤਾ ਗੇਟ ਲੰਘ ਕੇ ਸਭ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ ਤਾਂ ਜੈਨੀ ਦੀਆਂ ਅੱਖਾਂ ਕੋਲੋਂ ਹੰਝੂ ਡੱਕ ਨਾ ਹੋਏ। ਉਹ ਛੇਤੀ ਜੱਗੂ ਤੇ ਜੂਲੀ ਨੂੰ ਨਾਲ ਲੈ ਕੇ ਆਪਣੀ ਕਾਰ 'ਚ ਆ ਬੈਠੀ। ਸ਼ਾਇਦ ਇਸ ਪਿਆਰ ਭਰੀ ਜ਼ਿੰਦਗੀ ਦਾ ਇੱਕ ਪੜਾਅ ਅੱਜ ਇੱਥੇ ਖਤਮ ਹੋ ਗਿਆ ਸੀ। ਧੰਨਵਾਦ।